ਤੇ ਸਾਨੂੰ ਪਹਿਲਾਂ ਦੱਸੋ ਕਿ ਇਹ ਨਾਰਸਿਜ਼ਮ ਹੁੰਦਾ ਕੀ ਹੈ। ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਹੜੇ ਲੋਕੀ ਬਹੁਤ ਸੈਲਫ ਅਬਸੈਸ ਜਾਂ ਬਹੁਤ ਐਰੋਗੈਂਟ ਜਾਂ ਆਪਣੇ ਤੇ ਬਹੁਤ ਜ਼ਿਆਦਾ ਮਾਣ ਕਰਦੇ ਨੇ। ਤੇ ਇਹ ਸੈਲਫ ਕੌਨਫੀਡੈਂਸ ਦੀ ਟਾਈਪ ਆਫ ਚੀਜ਼ ਨਹੀਂ ਹੈਗੀ ਕਿ ਇਹਦੇ ਵਿੱਚ ਕੋਈ ਫਰਕ ਹੁੰਦਾ ਹੈ ਨਾਰਸਿਜ਼ਮ ਤੇ ਸੈਲਫ ਕੌਨਫੀਡੈਂਸ ਦੇ ਵਿੱਚ? ਬਹੁਤ ਸਾਰੇ ਨਾਰਸਿਸਿਸਟ ਜਿਹੜੇ ਹੁੰਦੇ ਉਹ ਬਹੁਤ ਸਕਸੈਸਫੁਲ ਵੀ ਹੁੰਦੇ ਆ। ਉਹ ਪੋਲੀਟੀਸ਼ੀਅਨ ਬਣਨਗੇ, ਉਹ ਫਿਲਮ ਸਟਾਰਸ ਬਣਨਗੇ। ਫਿਰ ਉਹ ਕਹਿ ਦਿੰਦੀ ਹੈ ਮਮਾ ਯੂ ਆਰ ਐਕਟਿੰਗ ਨਾਰਸਿਸਟ ਯੂ ਨੋ। ਤਾਂ ਮੈਨੂੰ ਬੜਾ ਫਰਕ ਲੱਗਦਾ ਕਿ ਇਹ ਬੱਚੇ ਬੜੇ ਨਾਰਮਲੀ ਇਸ ਵਰਡ ਨੂੰ ਯੂਜ਼ ਕਰ ਲੈਂਦੇ ਹੈ। ਜਿਵੇਂ ਇਹ ਤਾਂ ਗਾਲ ਕੱਢਣ ਵਾਲੀ ਗੱਲ ਬਣ ਗਈ ਹੈ ਅੱਜ ਕੱਲ੍ਹ ਕਿ ਆਪਾਂ ਕਹੀਏ ਵੀ ਗਾਲ ਹੀ ਕੱਢਤੀ। ਪਰਸਨੈਲਿਟੀ ਡਿਸਆਰਡਰ ਹੁੰਦਾ ਹੈ ਇਹ ਜਦੋਂ ਕੋਈ ਚਾਈਲਡ ਬੋਰਨ ਹੁੰਦਾ ਹੈ, ਇਹ DNA ਦਾ ਪਾਰਟ ਹੁੰਦਾ ਹੈ, ਉਦੋਂ ਤੋਂ ਹੀ ਹੁੰਦਾ ਹੈ। ਕੀ ਇਹ ਸੱਚ ਹੈ ਕਿ ਮੋਸਟਲੀ ਜਿਹੜੇ ਮੈਨ ਹੈਗੇ ਹੈ ਉਹਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ, ਵਿਮਨਸ ਦੇ ਵਿੱਚ ਘੱਟ ਹੁੰਦੀ ਹੈ? ਨਾਰਸਿਸਿਸਟ ਨੇ ਕਹਿਣਾ ਜੀ ਮੇਰੇ 'ਚ ਹੀ ਸਾਰਾ ਕੁਝ ਚੰਗਾ ਹੈ ਤੇ ਤੇਰੇ ਤੋਂ ਬੰਦਾ ਮਾੜਾ ਤਾਂ ਕੋਈ ਹੈਗਾ ਹੀ ਨਹੀਂ। ਨਾਰਸਿਸਿਸਟ ਲੋਕ ਯੂਜੂਅਲੀ ਨਿਊਰੋਟਿਕ ਲੋਕਾਂ ਨਾਲ ਪੇਅਰਡ ਹੁੰਦੇ ਨੇ। ਜਿਹੜਾ ਨਿਊਰੋਟਿਕ ਹੈ ਉਹ ਆਪਣੇ ਆਪ ਤੇ ਡਾਊਟ ਹੀ ਇੰਨਾ ਕਰੇਗਾ ਕਿ ਉਹਨੂੰ ਲੱਗੇਗਾ ਹੀ ਨਹੀਂ ਕਿ ਨਾਰਸਿਸਿਸਟ 'ਚ ਕੁਝ ਪ੍ਰੋਬਲਮ ਹੈਗੀ ਹੈ। ਕਿਉਂਕਿ ਇਹ ਕਾਫੀ ਕਾਮਨ ਹੈ, ਮਤਲਬ ਇਹ ਨਾ ਸੋ ਆਰ ਵੀ ਸੇਇੰਗ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਬਹੁਤ ਕਾਮਨ ਪ੍ਰੋਬਲਮ ਹੈ ਆਪਣੇ ਸਮਾਜ 'ਚ? ਸਪੋਜ਼ ਕੋਈ ਇਹ ਸੁਣ ਕੇ ਪੋਡਕਾਸਟ ਸੁਣ ਕੇ ਹੁਣ ਆਈਡੈਂਟੀਫਾਈ ਕਰ ਲਿਓ ਉਹ ਮੇਰਾ ਤਾਂ ਪਾਰਟਨਰ ਨਾਰਸਿਸਿਸਟ ਤੇ ਆਪਾਂ ਸੋਚੀਏ ਕਿ ਕਿਤੇ ਆਪਾਂ ਫਸ ਗਏ, ਇਹ ਨਹੀਂ ਗੱਲ ਹੈਗੀ। ਸਤਿ ਸ਼੍ਰੀ ਅਕਾਲ ਜੀ। ਮਿੱਠੀ ਜੇਲ ਪੋਡਕਾਸਟ 'ਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਕੋਈ ਨਾ ਕੋਈ ਸੋਸ਼ਲ ਮੁੱਦਿਆਂ 'ਤੇ ਡਿਸਕਸ਼ਨ ਕਰਦੇ ਰਹੀਏ। ਰੀਸੈਂਟਲੀ ਇੱਕ ਵਰਡ ਬੜਾ ਹੀ ਫੇਮਸ ਹੋਇਆ ਹੈ ਜਿਹਨੂੰ ਕਿ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ, ਨਾਰਸਿਸਟ ਜਾਂ ਨਾਰਸਿਜ਼ਮ ਜਾਂ NPD ਦੇ ਨਾਮ ਤੋਂ ਵੀ ਇਹ ਫੇਮਸ ਹੈ, ਜਿਹਨੂੰ ਕਿ ਨਾਰਸਿਸਟ ਪਰਸਨੈਲਿਟੀ ਡਿਸਆਰਡਰ ਕਿਹਾ ਜਾਂਦਾ ਹੈ। ਅਤੇ ਅਸੀਂ ਚਾਹੁੰਦੇ ਸੀ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਗੱਲ ਕਰੀਏ ਅਤੇ ਇਸੇ ਦੌਰਾਨ ਸਾਡੀ ਮੁਲਾਕਾਤ ਡਾਕਟਰ ਹਰਕਮਲ ਜੀ ਦੇ ਨਾਲ ਹੋਈ। ਉਹ MBBS ਡਾਕਟਰ ਨੇ, ਦਯਾਨੰਦ ਮੈਡੀਕਲ ਕਾਲਜ ਤੋਂ ਉਹਨਾਂ ਨੇ MBBS ਕੀਤਾ ਹੈ। ਉਸ ਤੋਂ ਬਾਅਦ ਉਹਨਾਂ ਨੇ ਆਲਟਰਨੇਟਿਵ ਹੈਲਥ ਦੇ ਵਿੱਚ ਟ੍ਰੇਨਿੰਗਸ ਕੀਤੀਆਂ ਹੋਈਆਂ ਨੇ, ਜਿਵੇਂ ਕਿ ਤੁਸੀਂ ਕਹਿ ਲਓ ਕਿ ਇਨਰ ਚਾਈਲਡ ਰਿਗਰੈਸ਼ਨ ਜਾਂ ਫਿਰ ਫੈਮਿਲੀ ਕੰਸਟਲੇਸ਼ਨ ਜਾਂ ਪਾਸਟ ਲਾਈਫ ਰਿਗਰੈਸ਼ਨ ਦੇ ਉੱਤੇ ਉਹਨਾਂ ਨੇ ਕਾਫੀ ਟ੍ਰੇਨਿੰਗਸ ਲਈਆਂ ਹੋਈਆਂ ਨੇ। ਅਤੇ ਇਹ ਡਾਕਟਰ ਜੀ ਦੇ ਨਾਲ ਅਸੀਂ ਗੱਲ ਕਰਦੇ ਹੋਏ ਸਾਨੂੰ ਬਹੁਤ ਕੁਛ ਜਾਣਕਾਰੀ ਮਿਲੀ ਨਾਰਸਿਜ਼ਮ ਦੇ ਬਾਰੇ। ਇਹਨਾਂ ਦਾ YouTube ਚੈਨਲ ਵੀ ਹੈਗਾ ਹੈ ਬਾਏ ਦਾ ਨੇਮ ਡਾਕਟਰ ਹਰਕਮਲ ਸ਼ਰਮਾ, ਅਤੇ ਇਹ ਵਰਕਸ਼ਾਪਸ ਕਰਦੇ ਰਹਿੰਦੇ ਨੇ ਅਤੇ ਇਹਨਾਂ ਨੇ ਕਾਫੀ ਟਾਕਸ ਕੰਡਕਟ ਕੀਤੀਆਂ ਨੇ, ਕਾਫੀ ਗੱਲਬਾਤ ਕੰਡਕਟ ਕੀਤੀਆਂ ਨੇ ਅਤੇ ਇਹਨਾਂ ਦੇ ਚੈਨਲ 'ਤੇ ਤੁਸੀਂ ਜਾ ਕੇ ਹੋਰ ਗੂੜੀ ਜਾਣਕਾਰੀ ਵੀ ਲੈ ਸਕਦੇ ਹੋ। ਪਰ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਸਾਨੂੰ ਨਾਰਸਿਜ਼ਮ ਦੇ ਬਾਰੇ ਹੋਰ ਵੀ ਨਵੀਂ ਜਾਣਕਾਰੀਆਂ ਮਿਲੀਆਂ ਅਤੇ ਜੋ ਕਿ ਬਹੁਤ ਇੰਟਰਸਟਿੰਗ ਸੀ। ਅਤੇ ਆਪਣੇ ਆਸ-ਪਾਸ ਜਾਂ ਆਪਾਂ ਖੁਦ ਵੀ ਇਸ ਪ੍ਰੋਬਲਮ ਤੋਂ ਪੀੜਿਤ ਹੋ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਕੀ ਬੈਸਟ ਤਰੀਕਾ ਹੁੰਦਾ ਹੈਗਾ ਇਹੋ ਜਿਹੀ ਪਰਸਨੈਲਿਟੀਜ਼ ਦੇ ਨਾਲ ਕੋਐਗਜ਼ਿਸਟ ਕਰਨ ਦਾ। ਅਤੇ ਅੱਜ ਆਪਾਂ ਸੁਣੀਏ ਕਿ ਡਾਕਟਰ ਆਪਾਂ ਨੂੰ ਕੀ ਹੋਰ ਜਾਣਕਾਰੀ ਦਿੰਦੇ ਨੇ ਇਹਦੇ ਬਾਰੇ। ਸਤਿ ਸ਼੍ਰੀ ਅਕਾਲ ਡਾਕਟਰ, ਆਈ ਹੋਪ ਤੁਸੀਂ ਠੀਕ ਠਾਕ ਹੋ ਜੀ? ਬਹੁਤ ਵਧੀਆ ਜੀ, ਵੈਰੀ ਨਾਈਸ ਟੂ ਕਨੈਕਟ ਟੂ ਯੂ ਟੂਡੇ। ਬਹੁਤ ਅੱਛਾ ਲੱਗ ਰਿਹਾ ਗੱਲ ਕਰਕੇ। ਅਤੇ ਮੇਰੇ ਬ੍ਰਦਰ ਮੋਹਨਜੀਤ ਨੇ ਮੈਨੂੰ ਵੀ ਮਤਲਬ ਦੱਸਿਆ ਸੀਗਾ ਤੁਹਾਡੇ ਬਾਰੇ ਕਿ ਤੁਸੀਂ ਕਾਫੀ ਸੋਸ਼ਲ ਸਰਵਿਸ ਟਾਈਪ ਵੀ ਕਰਦੇ ਹੋ, ਆਲਟਰਨੇਟ ਐਜੂਕੇਸ਼ਨ ਦੇ ਵਿੱਚ ਤੁਹਾਡਾ ਕਾਫੀ ਐਕਸਪੀਰੀਅੰਸ ਹੈ। ਅਤੇ ਉਹਦੇ ਰਿਲੇਟਿਡ ਨਾ ਅਸੀਂ ਅੱਜ ਕੱਲ੍ਹ ਇੱਕ ਵਰਡ ਨਾ ਬਹੁਤ ਫੇਮਸ ਹੋਇਆ ਹੈ ਨਾਰਸਿਸਟ, ਨਾਰਸਿਜ਼ਮ, ਹੈ ਨਾ। ਅਤੇ ਸਪੈਸੀਫਿਕਲੀ ਵੈਸਟਰਨ ਵਰਲਡ ਦੇ ਵਿੱਚ ਤਾਂ ਕਿਉਂਕਿ ਮੈਂ ਇੱਥੇ ਕੈਨੇਡਾ 'ਚ ਹਾਂ ਤਾਂ ਮੈਂ ਆਪਣੀ ਬੇਟੀ ਨੂੰ ਦੇਖਦੀ ਹਾਂ। ਮੇਰੀ ਬੇਟੀ 21 ਈਅਰਸ ਓਲਡ ਹੈ, ਮੇਰਾ ਬੇਟਾ 16 ਸਾਲਾਂ ਦਾ ਹੈ। ਅਤੇ ਉਹ ਜਿਹੜੇ ਪੋਡਕਾਸਟ ਸੁਣਦੇ ਨੇ ਜਾਂ ਵੀਡੀਓਜ਼ ਦੇਖਦੇ ਨੇ ਜਾਂ ਉਹ ਕੁਛ ਵੀ ਸ਼ਾਰਟਸ ਵਗੈਰਾ ਦੇਖਦੇ ਨੇ ਅਤੇ ਉਹਦੇ ਵਿੱਚ ਨਾ ਨਾਰਸਿਜ਼ਮ ਬਹੁਤ ਜ਼ਿਆਦਾ ਮੈਂਸ਼ਨ ਹੁੰਦਾ ਹੈ। ਨੋਰਮਲ ਕਨਵਰਸੇਸ਼ਨਸ ਅਸੀਂ ਬਹੁਤ ਯੂਜ਼ ਕਰਦੇ ਹਾਂ ਵੀ ਇਹ ਬੰਦਾ ਦੀ ਸੋਚ ਨਾਰਸਿਸਟ ਲੱਗਦੀ ਹੈ ਜਾਂ ਵਟ ਐਵਰ, ਇੱਕ ਵਿਲੀਅਨ ਦੇ ਤਰੀਕੇ ਨਾਲ ਪ੍ਰਜੈਂਟ ਕੀਤਾ ਜਾਂਦਾ ਹੈ ਕਿ ਨੈਗੇਟਿਵ ਬੰਦੇ ਨੂੰ। ਅਤੇ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿਉਂਕਿ ਤੁਸੀਂ ਇਹਦੇ 'ਤੇ ਕਾਫੀ ਕੰਮ ਕੀਤਾ ਹੈ। ਅਤੇ ਸਾਨੂੰ ਪਹਿਲਾਂ ਦੱਸੋ ਕਿ ਇਹ ਨਾਰਸਿਜ਼ਮ ਹੁੰਦਾ ਕੀ ਹੈ? ਹਾਂਜੀ ਪ੍ਰਭਜੀਤ ਜੀ, ਨਾਰਸਿਜ਼ਮ ਜਿਹੜਾ ਹੈਗਾ ਵਰਡ ਇੱਕ ਕਹਾਣੀ ਤੋਂ ਆਇਆ। ਬਹੁਤ ਸਾਲ ਪਹਿਲਾਂ ਇੱਕ ਕਹਾਣੀ ਲਿਖੀ ਗਈ ਸੀਗੀ। ਨਾਰਸਿਸਸ ਨਾਂ ਦਾ ਉੱਥੇ ਬਹੁਤ ਹੀ ਗੁੱਡ ਲੁਕਿੰਗ ਯੁਵਕ ਅਤੇ ਐਕੋ ਨਾਂ ਦੀ ਕੁੜੀ ਦੀ ਕਹਾਣੀ ਹੈ।
ਤੇ ਨਾਰਸਿਸਸ ਜਿਹੜਾ ਸੀਗਾ ਉਹ ਬਹੁਤ ਗੁੱਡ ਲੁਕਿੰਗ ਸੀਗਾ ਤੇ ਆਪਣੇ ਵਿੱਚ ਬਹੁਤ ਹੀ ਐਰੋਗੈਂਟ ਸੀਗਾ ਕਿ ਮੈਂ ਬਹੁਤ ਗੁੱਡ ਲੁਕਿੰਗ ਆ, ਤੇ ਜਿਹੜੀ ਵੀ ਕੁੜੀਆਂ ਇੰਟਰਸਟਡ ਸੀ ਸਾਰਿਆਂ ਨੂੰ ਰਿਜੈਕਟ ਕਰਦਾ ਸੀਗਾ। ਉੱਦਾਂ ਹੀ ਐਕੋ ਉਹਦੇ ਨਾਲ ਪਿਆਰ ਕਰਨ ਲੱਗ ਗਈ, ਪਰ ਉਹ ਇੰਨਾ ਜ਼ਿਆਦਾ ਸੈਲਫ ਓਬਸੈਸ ਸੀਗਾ ਕਿ ਉਹ ਐਕੋ ਵੱਲ ਬਿਲਕੁਲ ਨਹੀਂ ਦੇਖਦਾ ਸੀਗਾ। ਅਤੇ ਕਹਾਣੀ ਇੱਦਾਂ ਜਾਂਦੀ ਹੈ ਕਿ ਉਹ ਰਿਵਰ ਦੇ ਸਰਫੇਸ ਵਿੱਚ ਆਪਣੀ ਰਿਫਲੈਕਸ਼ਨ ਦੇਖ ਰਿਹਾ ਸੀ ਅਤੇ ਉਹਨੂੰ ਆਪਣੇ ਇੰਨਾ ਮੋਹ ਹੋ ਗਿਆ ਕਿ ਮੈਂ ਕਿੰਨਾ ਹੀ ਸੋਹਣਾ, ਅਤੇ ਉਹ ਉੱਥੋਂ ਹੀ ਨਾ ਉੱਠੇ, ਉੱਥੇ ਆਪਣੀ ਹੀ ਰਿਫਲੈਕਸ਼ਨ ਦੇਖਦਾ ਰਹੇ। ਉਹਨੂੰ ਇੰਨਾ ਜ਼ਿਆਦਾ ਆਪਣੇ ਨਾਲ ਪਿਆਰ ਅਤੇ ਆਪਣੇ ਨਾਲ ਮੋਹ ਇੰਨਾ ਜ਼ਿਆਦਾ ਹੋ ਗਿਆ। ਅਤੇ ਜਿਹੜੀ ਐਕੋ ਸੀਗੀ ਤੁਸੀਂ ਦੇਖੋ ਕਿ ਜਿਹੜੇ ਰਾਈਟਰ ਨੇ ਲਿਖੀ ਹੋਏਗੀ ਉਹਨੇ ਬੜੇ ਸੋਚ ਕੇ ਕਹਾਣੀ ਲਿਖੀ ਹੋਏਗੀ ਕਿ ਐਕੋ ਦਾ ਮਤਲਬ ਹੀ ਗੂੰਜ ਹੁੰਦਾ, ਮਤਲਬ ਉਹਦੀ ਆਪਣੀ ਆਵਾਜ਼ ਨਹੀਂ ਹੈਗੀ ਹੈ। ਅਤੇ ਉਹ ਨਾਰਸਿਸਸ ਨਾਲ ਇੰਨਾ ਜ਼ਿਆਦਾ ਓਬਸੈਸ ਸੀਗੀ ਕਿ ਉਹਨੂੰ ਛੱਡਣ ਨੂੰ ਤਿਆਰ ਨਹੀਂ ਸੀਗੀ। ਅਤੇ ਕਹਾਣੀ ਐ ਜਾਂਦੀ ਹੈ ਕਿ ਜਿਹੜਾ ਨਾਰਸਿਸਸ ਸੀਗਾ ਉਹ ਵੀ ਉੱਥੇ ਹੀ ਪਾਇਨ ਕਰਦਾ ਕਰਦਾ ਆਪਣੀ ਹੀ ਰਿਫਲੈਕਸ਼ਨ ਨੂੰ ਦੇਖਦਾ ਦੇਖਦਾ ਉੱਥੇ ਖ਼ਤਮ ਹੋ ਗਿਆ। ਅਤੇ ਐਕੋ ਉਹਨੂੰ ਯਰਨ ਕਰਦੇ ਕਰਦੇ ਕਿ ਮੈਨੂੰ ਨਾਰਸਿਸਸ ਮਿਲ ਜਾਏ, ਉਹ ਉੱਥੇ ਖ਼ਤਮ ਹੋ ਗਈ। ਅਤੇ ਇੱਥੋਂ ਇਸ ਕਹਾਣੀ ਤੋਂ ਇਹ ਸ਼ਬਦ ਆਇਆ ਹੈ। ਅਤੇ ਜਿਹੜਾ ਨਾਰਸਿਸਿਜ਼ਮ ਹੈਗਾ ਉਹਦੇ ਵਿੱਚ ਸੈਲਫ ਓਬਸੈਸ਼ਨ ਹੁੰਦਾ ਹੈ ਕਿ ਸਾਨੂੰ ਆਪਣੇ ਇਲਾਵਾ ਕੋਈ ਦਿਖਦਾ ਨਹੀਂ, ਉੱਥੋਂ ਇਸ ਕਰਕੇ ਸ਼ਬਦ ਆਇਆ ਹੈ ਨਾ। ਅਤੇ ਜਿਹੜੇ ਐਕੋ ਵਾਲੀ ਪਰਸਨੈਲਿਟੀ ਜਿੱਦਾਂ ਦੀ ਹੁੰਦੀ ਹੈ ਉੱਦਾਂ ਦੇ ਲੋਕ ਇਹਨਾਂ ਨਾਰਸਿਸਿਸਟ ਲੋਕਾਂ ਨਾਲ ਐਸੋਸੀਏਟਡ ਹੁੰਦੇ ਨੇ, ਅਤੇ ਇਸ ਤਰ੍ਹਾਂ ਇੱਕ ਪਰਸਨੈਲਿਟੀ ਸਟਰਕਚਰਸ ਜਿਹੜੇ ਇੰਟਰੈਕਟ ਕਰਦੇ ਨੇ। ਉਹਨਾਂ ਦੋਨਾਂ ਬਾਰੇ ਇਸ ਰਾਈਟਰ ਨੇ ਬੜਾ ਬਖੂਬੀ ਲਿਖਿਆ, ਅਤੇ ਅੱਜ ਕੱਲ੍ਹ ਇਹ ਵਰਡ ਇਸ ਕਰਕੇ ਪੋਪੂਲਰ ਹੋ ਗਿਆ ਕਿ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਹੜੇ ਲੋਕ ਬਹੁਤ ਸੈਲਫ ਓਬਸੈਸ ਜਾਂ ਬਹੁਤ ਐਰੋਗੈਂਟ ਜਾਂ ਆਪਣੇ 'ਤੇ ਬਹੁਤ ਜ਼ਿਆਦਾ ਮਾਣ ਕਰਦੇ। ਪਰ ਡਾਕਟਰ ਇਹ ਬੜਾ ਨੋਰਮਲ ਨਹੀਂ ਹੈ? ਮਤਲਬ ਕਿ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਕੱਲ੍ਹ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੀ ਇਹ ਹੈ ਕਿ ਆਈ ਮੀ ਮਾਈ ਸੈਲਫ, ਆਪਣੇ 'ਤੇ ਫੋਕਸ ਕਰੋ, ਆਪਣੇ ਆਪ ਨੂੰ ਸਪਰੈਸ ਨਾ ਕਰੋ, ਆਪਣੇ ਆਪ ਨੂੰ ਦੇਖੋ ਤੁਸੀਂ ਕੀ ਚਾਹੁੰਦੇ ਹੋ, ਕਿ ਆਪਣੇ ਆਪ ਨੂੰ, ਮਤਲਬ ਇਹ ਬਹੁਤ ਸਾਰੇ ਐਗਜ਼ਾਮਪਲਸ ਨੇ ਜਿਹਦੇ 'ਚ ਕਿ ਅੱਜ ਕੱਲ੍ਹ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਸਪੈਸੀਫਿਕਲੀ ਕਿ ਆਪਣੇ 'ਤੇ ਫੋਕਸ ਕਰੋ। ਅਤੇ ਆਪਣੇ ਆਸ-ਪਾਸ ਦਾ ਸਮਾਜ ਅੱਜ ਦੀ ਡੇਟ ਦੇ ਵਿੱਚ ਹੈਗਾ ਇਸ ਤਰੀਕੇ ਦਾ ਕਿ ਆਪਾਂ ਆਪਣੇ ਆਪ ਨੂੰ ਬਹੁਤ ਉੱਚਾ ਦਰਜਾ ਦਿੰਦੇ ਹਾਂ। ਅਤੇ ਇਹ ਸੈਲਫ ਕੌਨਫੀਡੈਂਸ ਦੀ ਟਾਈਪ ਆਫ ਚੀਜ਼ ਨਹੀਂ ਹੈਗੀ ਕਿ ਇਹਦੇ ਵਿੱਚ ਕੋਈ ਫ਼ਰਕ ਹੁੰਦਾ ਨਾਰਸਿਜ਼ਮ ਅਤੇ ਸੈਲਫ ਕੌਨਫੀਡੈਂਸ ਦੇ ਵਿੱਚ? ਇਹ ਬਹੁਤ ਅੱਛਾ ਕੁਐਸਚਨ ਹੈਗਾ ਤੁਹਾਡਾ, ਹੈ ਨਾ, ਬਿਕੋਜ਼ ਓਬਵੀਅਸਲੀ ਸੈਲਫ ਕੌਨਫੀਡੈਂਸ ਨੂੰ ਅਸੀਂ ਇੰਨਾ ਅੱਛਾ ਮੰਨਦੇ ਹੈਗੇ ਹਾਂ। ਅਤੇ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਨਾਰਸਿਸਿਸਟ ਜਿਹੜੇ ਹੁੰਦੇ ਉਹ ਬਹੁਤ ਸਕਸੈਸਫੁਲ ਵੀ ਹੁੰਦੇ ਆ। ਉਹ ਪੋਲੀਟੀਸ਼ੀਅਨ ਬਣਨਗੇ, ਉਹ ਫਿਲਮ ਸਟਾਰਸ ਬਣਨਗੇ, ਕਿਉਂਕਿ ਉਹਨਾਂ ਨੂੰ ਲੋਕਾਂ ਦੀ ਚਾਹੀਦੀ ਹੈ ਐਡੋਰੇਸ਼ਨ, ਲੋਕਾਂ ਦੀ ਐਪਰੀਸੀਏਸ਼ਨ ਚਾਹੀਦੀ ਹੈ। ਅਤੇ ਦੁਨੀਆ ਦੇ ਮਾਇਨੇ 'ਚ ਕਈ ਵਾਰੀ ਨਾਰਸਿਸਿਸਟ ਨੂੰ ਵੀ ਦੇਖੋਗੇ ਤਾਂ ਤੁਸੀਂ ਕਹੋਗੇ ਇਹ ਤਾਂ ਬੜੇ ਸਕਸੈਸਫੁਲ ਲੋਕ ਨੇ, ਇਹਨਾਂ ਦੇ ਵਿੱਚ ਲਾਈਕ ਕੀ ਗੜਬੜ ਹੋ ਸਕਦੀ ਹੈ। ਲੇਕਿਨ ਕੌਨਫੀਡੈਂਸ ਅਤੇ ਨਾਰਸਿਸਿਜ਼ਮ 'ਚ ਫ਼ਰਕ ਹੁੰਦਾ ਹੈ। ਜਿਹੜਾ ਨਾਰਸਿਸਿਸਟ ਹੁੰਦਾ ਉਹ ਸਿਰਫ ਕੌਨਫੀਡੈਂਟ ਨਹੀਂ ਹੁੰਦਾ, ਉਹਨੂੰ ਆਪਣੇ ਇਲਾਵਾ ਦਿਖਦਾ ਨਹੀਂ ਹੈਗਾ ਕੋਈ ਵੀ। ਉਹ ਦੂਜਿਆਂ ਨੂੰ ਆਪਣੇ ਤੋਂ ਹੀਨ ਸਮਝੇਗਾ, ਠੀਕ ਹੈ, ਦੂਜੇ ਦੀ ਓਪਨਲੀ ਇਨਸਲਟ ਵੀ ਕਰ ਸਕਦਾ ਹੈ, ਲੋਕਾਂ ਦੇ ਐਂਟਾਈ ਹੋ ਸਕਦਾ ਹੈ ਕਿ ਉਹ ਕਿਸੇ ਨਾਲ ਪੋਜ਼ੀਟਿਵਲੀ ਇੰਗੇਜ ਹੀ ਨਹੀਂ ਕਰ ਸਕਦਾ। ਜਿਹੜਾ ਇਨਸਾਨ ਅਸਲੀ 'ਚ ਕੌਨਫੀਡੈਂਟ ਹੁੰਦਾ ਉਹ ਦੂਸਰੇ ਨੂੰ ਵੀ ਲਿਫਟ ਅਪ ਕਰਦਾ ਕਿ ਤੁਸੀਂ ਵੀ ਚੱਲੋ ਮੇਰੇ ਨਾਲ, ਮੈਂ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ। ਨਾਰਸਿਸਿਸਟ ਦਾ ਐਟੀਟਿਊਡ ਇੱਦਾਂ ਨਹੀਂ ਹੁੰਦਾ। ਨਾਰਸਿਸਿਸਟ ਦਾ ਹੁੰਦਾ ਕਿ ਮੈਂ ਹੀ ਮੈਂ ਹਾਂ ਅਤੇ ਹੋਰ ਕੋਈ ਮੇਰੇ ਇਲਾਵਾ ਕੋਈ ਹੈ ਨਹੀਂ ਹੈਗਾ। ਫਿਰ ਦੂਜੀ ਹੈਗੀ ਕਿ ਕੌਨਫੀਡੈਂਸ ਦੇ ਨਾਲ ਅਸੀਂ ਬੱਚਿਆਂ ਨੂੰ ਇਹ ਵੀ ਸਿਖਾਉਂਦੇ ਹਾਂ ਨਾ ਕਿ ਆਪਾਂ ਦੂਜੇ ਬਾਰੇ ਕਾਈਂਡ ਹੋਈਏ, ਕਿ ਕਿਸੇ ਨਾਲ ਅਸੀਂ ਪਿਆਰ ਨਾਲ ਗੱਲ ਕਰੀਏ ਅਤੇ ਕਿਸੇ ਦੀ ਕੇਅਰ ਕਰੀਏ। ਨਾਰਸਿਸਿਸਟ ਬਹੁਤ ਇੱਕ ਸੈਂਟਰਲ ਫੀਚਰ ਹੈਗਾ ਕਿ ਉਹਨਾਂ 'ਚ ਕੋਈ ਐਮਪੈਥੀ ਨਹੀਂ ਹੁੰਦੀ, ਉਹ ਦੂਜੇ ਬਾਰੇ ਫੀਲ ਹੀ ਨਹੀਂ ਕਰ ਸਕਦੇ ਕੁਛ ਵੀ, ਠੀਕ ਹੈ। ਅਤੇ ਮਤਲਬ ਪੋਜ਼ੀਟਿਵ ਟਰੇਟ 'ਚ ਜਦ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਐਡ ਹੋ ਜਾਂਦੀਆਂ ਨੇ ਅਤੇ ਤਾਂ ਹੀ ਉਹ ਚੀਜ਼ ਇੰਨੀ ਜ਼ਿਆਦਾ ਡਿਸਫੰਕਸ਼ਨਲ ਬਣ ਜਾਂਦੀ ਹੈ ਕਿ ਫਿਰ ਜਿਵੇਂ ਇਹਨਾਂ ਲੋਕਾਂ ਦੀ ਰਿਲੇਸ਼ਨਸ਼ਿਪਸ ਹੀ ਬਣਨੀਆਂ ਬਹੁਤ ਮੁਸ਼ਕਿਲ ਹੋ ਜਾਣਗੀਆਂ, ਜਦੋਂ ਕਿ ਇੱਕ ਕੌਨਫੀਡੈਂਟ ਇਨਸਾਨ ਇੱਕ ਅੱਛੀ ਰਿਲੇਸ਼ਨਸ਼ਿਪ ਬਣਾ ਪਾਏਗਾ। ਅਤੇ ਇਹੀ ਟਰੇਟ ਹੁੰਦਾ ਇੱਕ ਨਾਰਸਿਸਟ ਬੰਦੇ ਦਾ, ਕਿ ਇਸ ਤੋਂ ਇਲਾਵਾ ਵੀ ਕੋਈ ਆਪਾਂ ਜੇ ਪਛਾਣਨਾ ਹੋਵੇ ਆਪਣੇ ਆਸ-ਪਾਸ ਕਿ ਵੀ ਕਈ ਵਾਰ ਨਾ ਹਾਸੇ ਹਾਸੇ ਮੇਰੀ ਡਾਟਰ ਵੀ ਮੈਨੂੰ ਕਹਿ ਦਿੰਦੀ ਹੁੰਦੀ ਹੈ ਜੇ ਮੈਨੂੰ ਰੋਕਦਾ ਕਿੱਥੇ ਜਾਣ ਵਾਸਤੇ, ਫੋਰ ਐਗਜ਼ਾਮਪਲ ਤੂੰ ਇੱਥੇ ਨਹੀਂ ਜਾਣਾ, ਵੀ ਰਾਤ ਹੋ ਗਈ, ਤੂੰ ਹੁਣ ਬਾਹਰ ਨਾ ਨਿਕਲ, ਜਾਂ ਇੱਦਾਂ ਦੀ ਕੋਈ ਕੰਮ ਵੀ ਮੈਂ ਕਹਿਦਾ ਨਾ, ਫਿਰ ਉਹ ਕਹਿ ਦਿੰਦੀ ਹੈ ਮਮਾ ਯੂ ਆਰ ਐਕਟਿੰਗ ਨਾਰਸਿਸਟ, ਤਾਂ ਮੈਨੂੰ ਬੜਾ ਫਰਕ ਲੱਗਦਾ ਕਿ ਇਹ ਬੱਚੇ ਬੜੇ ਨੋਰਮਲੀ ਇਸ ਵਰਡ ਨੂੰ ਯੂਜ਼ ਕਰ ਲੈਂਦੇ ਹੈ। ਫਿਰ ਮੈਂ ਆਪਣੇ ਆਪ 'ਤੇ ਸੋਚਣ ਲੱਗ ਜਾਂਦੀ ਕਿ ਕੀ ਮੈਂ ਗਲਤ ਕੀਤਾ, ਮਤਲਬ ਕਿ ਮੈਂ ਐਕਚੁਅਲੀ ਨਾਰਸਿਸਟ ਬਣ ਕੇ ਬਿਹੇਵ ਕਰ ਰਹੀ ਹਾਂ। ਤਾਂ ਇਸ ਕਰਕੇ ਕੁਐਸਚਨ ਮੇਰਾ ਇਹ ਹੈਗਾ ਕਿ ਇਹੀ ਇੱਕ ਟਰੇਟ ਹੈਗਾ ਕਿ ਸੈਲਫ ਕੌਨਫੀਡੈਂਸ, ਇੱਕ ਸੈਲਫ ਅਬਸੈਸ਼ਨ ਬਣ ਜਾਣਾ, ਅਤੇ ਫਿਰ ਇਸ ਕਰਕੇ ਦੂਜੇ ਨੂੰ ਬਿਲਕੁਲ ਵੀ ਨਾ ਸਮਝਣਾ, ਉਹਨੂੰ ਨੀਚਾ ਦਿਖਾਉਣਾ, ਇਹੀ ਇੱਕ ਟਰੇਟ ਹੈ ਕਿ ਨਾਰਸਿਜ਼ਮ ਦਾ ਹੋਰ ਵੀ ਟਰੇਟਸ ਹੁੰਦੇ ਨੇ ਜਿਹਦੇ ਥਰੂ ਆਪਾਂ ਇਹਨੂੰ ਪਛਾਣ ਸਕਦੇ ਹਾਂ?
ਬਹੁਤ ਹੋਰ ਵੀ ਟ੍ਰੇਟਸ ਹੁੰਦੇ ਨੇ ਜੀ। ਇੱਕ ਤਾਂ ਜਿਵੇਂ ਉਹ ਬਹੁਤ ਇੰਟਾਈਟਲਡ ਫੀਲ ਕਰਦੇ ਨੇ, ਠੀਕ ਹੈ, ਕਿ ਮਤਲਬ ਉਹਨਾਂ ਨੂੰ ਹੀ ਸਭ ਕੁਝ ਮਿਲਣਾ ਚਾਹੀਦਾ ਹੈ, ਠੀਕ ਹੈ। ਫਿਰ ਰਿਸਪੋਂਸਿਬਿਲਿਟੀ ਨਹੀਂ ਲੈਂਦੇ, ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਹੈ, ਅਤੇ ਤੁਸੀਂ ਐਗਜ਼ਾਮਪਲ ਤਾਂ ਹੀ ਕਹਿ ਰਹੇ ਹੋ ਆਪਣੇ ਬੱਚਿਆਂ ਨੂੰ ਕਿਉਂਕਿ ਤੁਸੀਂ ਰਿਸਪੋਂਸਿਬਲ ਫੀਲ ਕਰ ਰਹੇ ਹੋ, ਅਤੇ ਉਹ ਕੰਪਲੀਟਲੀ ਆਪੋਜ਼ਿਟ ਹੈਗਾ, ਠੀਕ ਹੈ। ਉਹ ਨਹੀਂ ਲੈਂਦੇ, ਉਹ ਕਿਸੇ ਚੀਜ਼ ਦੀ ਰਿਸਪੋਂਸਿਬਿਲਿਟੀ ਨਹੀਂ ਲੈਣਗੇ, ਉਹ ਲਾਰਜਰ ਦੈਨ ਹਿਊਮਨ ਫੀਲ ਕਰਨਗੇ। ਜਿਵੇਂ ਤੁਹਾਨੂੰ ਇਹ ਚੀਜ਼ ਕਹੀ ਗਈ ਅਤੇ ਤੁਹਾਡੇ ਖਿਆਲ 'ਚ ਆਇਆ ਕਿ ਅੱਛਾ ਕਿ ਇੱਦਾਂ ਹੈਗਾ ਹੈ ਨਾ। ਨਾਰਸਿਸਿਸਟ ਕਦੇ ਵੀ ਇੱਦਾਂ ਨਹੀਂ ਸੋਚੇਗਾ, ਠੀਕ ਹੈ। ਜਿਹੜਾ ਨਾਰਸਿਸਿਸਟ ਹੁੰਦਾ ਉਹਦੇ 'ਚ ਕਦੇ ਕੋਈ ਡਾਊਟ ਨਹੀਂ ਆਉਂਦਾ। ਇਹ ਬਿਲਕੁਲ ਕਲਾਸਿਕ ਟ੍ਰੇਟ ਹੈ ਨਾਰਸਿਸਿਸਟ ਦਾ। ਅਤੇ ਜਦੋਂ ਕਈ ਲੋਕ ਮਤਲਬ ਸਾਰੇ ਸੁਣ ਕੇ ਉਹੀ ਹੈ, ਇੱਕ ਦੂਜੇ ਨੂੰ ਆਪਾਂ ਕਹਿ ਦਿੰਦੇ ਹਾਂ ਤੂੰ ਨਾਰਸਿਸਿਸਟ ਅਤੇ ਤੂੰ ਨਾਰਸਿਸਿਸਟ, ਪਰ ਜਿਹੜਾ ਬੰਦਾ ਵੰਡਰ ਕਰੂਗਾ ਨਾ, ਵੰਡਰ ਕਰੂਗਾ ਕਿ ਅੱਛਾ ਮੈਂ ਤਾਂ ਨਹੀਂ ਹੈਗਾ ਕਿਤੇ, ਉਹ ਬੰਦਾ ਯੂਜੂਅਲੀ ਨਹੀਂ ਹੋਏਗਾ। ਕਿਉਂਕਿ ਨਾਰਸਿਸਿਸਟ ਦੀ ਬਿਲਕੁਲ ਉਹ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਉਹਦੇ 'ਚ ਕੋਈ ਡਾਊਟ ਨਹੀਂ ਹੁੰਦਾ। ਦੇ ਫੀਲ ਲਾਰਜਰ ਦੈਨ ਹਿਊਮਨ, ਕਿ ਅਸੀਂ ਇਨਸਾਨ ਤੋਂ ਥੋੜ੍ਹੇ ਉੱਤੇ ਹੀ ਹੈਗੇ ਹਾਂ ਅਤੇ ਅਸੀਂ ਕੰਪਲੀਟਲੀ ਪਰਫੈਕਟ ਹਾਂ। ਉਹਨਾਂ ਨੂੰ ਕਦੇ ਆਪਣੇ 'ਚ ਕੋਈ ਫਲੋ ਨਹੀਂ ਦਿਸਦਾ, ਅਤੇ ਉਹ ਕਦੇ ਵੀ ਉਹ ਕੁਐਸਚਨ ਕਰਕੇ ਦੇਖਣਗੇ ਹੀ ਨਹੀਂ ਕਿ ਮੇਰੇ 'ਚ ਕੋਈ ਫਲੋ ਤਾਂ ਨਹੀਂ ਹੈਗਾ, ਹੈ ਨਾ ਜੀ। ਅਤੇ ਇਹਨਾਂ ਦੇ ਕਲਾਸਿਕ ਫੀਚਰਸ ਨੇ। ਐਮਪੈਥੀ ਬਿਲਕੁਲ ਨਹੀਂ ਹੋਏਗੀ, ਅਤੇ ਤੁਸੀਂ ਸੋਚੋ ਕਿ ਜੇ ਅਸੀਂ ਫੀਲ ਨਹੀਂ ਕਿਸੇ ਵਾਸਤੇ ਕਰਦੇ, ਅਸੀਂ ਕਦੇ ਨਹੀਂ ਕਹਾਂਗੇ ਤੁਸੀਂ ਜਿੰਨੇ ਮਰਜ਼ੀ ਵਜੇ ਆ ਜਾਓ, ਸਾਨੂੰ ਨਹੀਂ ਫਰਕ ਪੈਂਦਾ, ਹੈ ਨਾ ਜੀ। ਅਤੇ ਹਾਂ, ਅਤੇ ਇਹ ਟਰਮ ਜਿਹੜੀ ਹੈ ਇਟਸ ਲੂਜ਼ਲੀ ਥਰੋਨ ਅਰਾਊਂਡ। ਆਈ ਫੀਲ ਕਿ ਇਟ ਸ਼ੁਡਨਟ ਬੀ। ਅਤੇ ਜਿਵੇਂ ਮੈਂ ਇਹ ਵੀ ਡੈਫੀਨੇਟਲੀ ਕਹਿਣਾ ਚਾਹੂੰਗੀ ਕਿ ਜਿਹਦੇ ਤਰ੍ਹਾਂ ਨਾਲ ਇਹ ਟਰਮ ਥਰੋ ਅਰਾਊਂਡ ਕਰਕੇ ਇਹ ਵਾਲੀ ਪਰਸਨੈਲਿਟੀ ਡਿਸਆਰਡਰ ਸਪੋਜ਼ ਕਰੋ ਕਿ ਕਿਸੇ ਨੂੰ ਸੱਚ ਵਿੱਚ ਵੀ ਹੈਗੀ ਹੈ, ਠੀਕ ਹੈ, ਅਤੇ ਆਪਾਂ ਉਸ ਇਨਸਾਨ ਨੂੰ ਡਿਮੋਨਾਈਜ਼ ਕਰ ਰਹੇ ਹਾਂ ਕਿ ਉਹ ਇਨਸਾਨ ਪਤਾ ਨਹੀਂ ਕਿੰਨਾ ਹੀ ਬੁਰਾ ਹੈ, ਰਾਈਟ। ਜਿਵੇਂ ਇਹ ਤਾਂ ਗਾਲ ਕੱਢਣ ਵਾਲੀ ਗੱਲ ਬਣ ਗਈ ਹੈ ਅੱਜ ਕੱਲ੍ਹ, ਕਿ ਆਪਾਂ ਕਹੀਏ ਵੀ ਗਾਲ ਹੀ ਕੱਢਤੀ ਕਿਸੇ ਨੂੰ, ਹੈ ਨਾ। ਕਪਲਸ ਆਪਸ 'ਚ ਲੜ ਰਹੇ ਹੋਣ, ਦੋਨਾਂ ਨੂੰ ਪਤਾ ਹੈ ਵੀ ਤੂੰ ਨਾਰਸਿਸਿਸਟ, ਦੂਜਾ ਕਹੇ ਵੀ ਨਹੀਂ ਜੀ ਤੂੰ ਨਾਰਸਿਸਿਸਟ, ਰਾਈਟ। ਇਟਸ ਲਾਈਕ ਅਬਿਊਜ਼ਿੰਗ ਸਮਵਨ, ਕਿ ਆਪਾਂ ਗਾਲ ਹੀ ਕੱਢਦੀ। ਪਰ ਜੇ ਅਸੀਂ ਉਹਨੂੰ ਵੀ ਡੀਪਲੀ ਸਮਝੀਏ ਕਿ ਇਹ ਵੀ ਪਰਸਨੈਲਿਟੀ ਡਿਸਆਰਡਰ ਹੈ, ਯੂ ਨੋ, ਅਤੇ ਅੰਦਰ ਕੁਛ ਇਨਸਾਨ ਦੇ ਚੱਲ ਰਿਹਾ ਹੋਏਗਾ ਕਿ ਉਹ ਬਾਹਰ ਇਹ ਵਾਲੇ ਟ੍ਰੇਟਸ ਦਿਖਾ ਰਿਹਾ, ਰਾਈਟ। ਅਤੇ ਇਹ ਵੀ ਇੱਕ ਪ੍ਰੋਬਲਮ ਹੈਗੀ ਹੈ, ਇੱਕ ਮੈਂਟਲ ਹੈਲਥ ਡਿਸਆਰਡਰ ਹੈਗਾ ਹੈ। ਇਹ ਇੱਦਾਂ ਨਹੀਂ ਹੈਗਾ ਕਿ ਅਸੀਂ ਲੂਜ਼ਲੀ ਕਿਸੇ ਨੂੰ ਆਪਾਂ ਬਲੇਮ ਕਰਦੇ ਜਾਈਏ, ਅਤੇ ਈਵਨ ਵੀ ਆਪਾਂ ਆਈਡੈਂਟੀਫਾਈ ਵੀ ਕਰ ਲਿਆ, ਅਤੇ ਆਈ ਡੋਂਟ ਥਿੰਕ ਇਟਸ ਅ ਗੁੱਡ ਥਿੰਗ ਟੂ ਕਿ ਥਰੋ ਇਟ ਔਨ ਸਮਵਨਸ ਫੇਸ ਕਿ ਅੱਛਾ ਆਪ ਹੋ। ਜੇ ਅਸੀਂ ਆਈ ਸਪੋਜ਼ ਰਾਈਟਲੀ ਆਈਡੈਂਟੀਫਾਈ ਵੀ ਕਰ ਲਿਆ ਤਾਂ ਵੀ, ਹੈ ਨਾ। ਸੋ ਵੀ ਸ਼ੁੱਡ ਬੀ ਕੇਅਰਫੁਲ ਅਬਾਊਟ ਯੂਜ਼ਿੰਗ ਦੀਜ਼ ਟਰਮਸ। ਅਤੇ ਮੇਰੇ ਹਿਸਾਬ ਨਾਲ ਬਿਲਕੁਲ ਵੀ ਰੈਂਡਮਲੀ ਆਪਾਂ ਨੂੰ ਨਹੀਂ ਆਪਣੇ ਡਾਇਗਨੋਸਿਸ ਦੇਣੇ ਚਾਹੀਦੇ ਕਿ ਬਈ ਇਹ ਫਲਾਣਾ ਨਾਰਸਿਸਿਸਟ ਹੈ ਜਾਂ ਨਹੀਂ ਹੈ ਨਾ ਜੀ। ਤੇ ਆਪਣੇ ਆਪ ਨੂੰ ਮਤਲਬ ਆਈ ਫੀਲ ਵੀ ਸ਼ੁੱਡ, ਹਾਂਜੀ, ਆਪਣੇ ਆਪ ਨੂੰ ਰੱਬ ਮੰਨਦੇ, ਮਤਲਬ ਇਹ ਬੇਸਿਕਲੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਇਹ ਰਾਈਟ ਲੱਗਦਾ ਹੈ ਕਿ ਮੈਨੂੰ ਜ਼ਿਆਦਾ ਮਿਲਣਾ ਚਾਹੀਦਾ ਹੈ ਜਾਂ ਮੈਂ ਡਿਜ਼ਰਵ ਕਰਦਾ ਇਸ ਟਾਈਪ ਦੀ ਚੀਜ਼, ਰਾਈਟ। ਅਤੇ ਇਹ ਮੈਨੂੰ ਇੱਕ ਹੋਰ ਬਿਲਕੁਲ, ਉਹ ਬਿਲਕੁਲ ਸੋਚਦੇ ਹੈ ਕਿ ਸਭ ਕੁਛ ਉਹੀ ਡਿਜ਼ਰਵ ਕਰਦੇ ਨੇ, ਜਦੋਂ ਉਹਨੂੰ ਨਹੀਂ ਮਿਲੇ ਤਾਂ ਇੱਕਦਮ ਉਹ ਗੁੱਸਾ ਹੋ ਜਾਂਦੇ, ਓਫੈਂਡ ਹੋ ਜਾਂਦੇ। ਅਤੇ ਇਹ ਜਿਹੜੀ ਪਰਸਨੈਲਿਟੀ ਡਿਸਆਰਡਰ ਹੁੰਦਾ ਹੈ, ਇਹ ਜਦੋਂ ਕੋਈ ਚਾਈਲਡ ਬੋਰਨ ਹੁੰਦਾ ਹੈ, ਇਹ DNA ਦਾ ਪਾਰਟ ਹੁੰਦਾ ਹੈ, ਉਦੋਂ ਤੋਂ ਹੀ ਹੁੰਦਾ ਹੈ ਕਿ ਓਵਰ ਦਾ ਟਾਈਮ ਇਹ ਕਿਸੇ ਐਕਸਪੀਰੀਅੰਸ ਦੇ ਕਰਕੇ ਇਹ ਡਿਸਆਰਡਰ ਹੁੰਦਾ ਹੈ, ਜਿਹਨੂੰ ਵੀ ਹੁੰਦਾ ਹੈ? ਰਾਈਟ, ਮੇਰੀ ਅੰਡਰਸਟੈਂਡਿੰਗ 'ਚ ਜੀ ਇਹ ਚਾਈਲਡਹੁੱਡ ਐਕਸਪੀਰੀਅੰਸਿਸ ਦੀ ਵਜ੍ਹਾ ਨਾਲ ਹੋਏਗਾ। ਇਹ ਹੋ ਸਕਦਾ ਹੈ ਕਿ ਬੱਚੇ ਨੂੰ ਹਿਊਮਿਲੀਏਟ ਜਾਂ ਸ਼ੇਮ ਕੀਤਾ ਜਾਏ ਬਹੁਤ ਜ਼ਿਆਦਾ, ਅਤੇ ਉਹਦੇ 'ਚ ਇੱਕ ਬਹੁਤ ਸੈਂਸ ਆਫ ਇਨਫੀਰੀਓਰਿਟੀ ਡਿਵੈਲਪ ਹੋ ਜਾਏਗੀ, ਲੋ ਸੈਲਫ ਐਸਟੀਮ ਡਿਵੈਲਪ ਹੋ ਜਾਏਗੀ, ਅਤੇ ਉਹ ਫਿਰ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੇਗਾ, ਠੀਕ ਹੈ। ਅਤੇ ਫਿਰ ਉਹ ਬਹੁਤ ਜ਼ਿਆਦਾ ਅਚੀਵਮੈਂਟ 'ਤੇ ਆਊਟਰ ਐਡੋਰੇਸ਼ਨ 'ਤੇ ਕਿ ਬਾਹਰੋਂ ਮੈਨੂੰ ਪਿਆਰ ਮਿਲੇ, ਬਚਪਨ 'ਚ ਨਹੀਂ ਪਿਆਰ ਮਿਲਿਆ ਉਹਨੂੰ ਅਤੇ ਬਾਹਰੋਂ ਲੈਣਾ ਚਾਹੇਗਾ। ਪਰ ਹੈਵਿੰਗ ਸੈਡ ਦਿਸ, ਤੁਸੀਂ ਜੇ ਕਿਸੇ ਵੀ ਨਾਰਸਿਸਿਸਟ ਇਨਸਾਨ ਨਾਲ ਜਾਂ ਕਿਸੇ ਨੇ ਵੀ ਜਿਹਨੇ ਵੀ ਸੈਲਫ ਵਰਕ ਨਹੀਂ ਕੀਤਾ, ਆਪਣੇ ਅੰਦਰ ਨਹੀਂ ਦੇਖਿਆ, ਜੇ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰੋ ਤਾਂ ਕੋਈ ਵੀ ਇਹਨੂੰ ਐਗਰੀ ਨਹੀਂ ਕਰੇਗਾ, ਕਿਉਂਕਿ ਜਿਹੜੀ ਚੀਜ਼ਾਂ ਅੰਦਰ ਚੱਲ ਰਹੀਆਂ ਹੁੰਦੀਆਂ ਉਹਦੇ ਅਸੀਂ ਅਵੇਅਰ ਨਹੀਂ ਹੁੰਦੇ, ਠੀਕ ਹੈ ਜੀ। ਆਪਾਂ ਸਿਰਫ ਆਪਣੇ ਬਿਹੇਵੀਅਰਸ ਦੇਖ ਸਕਦੇ ਹਾਂ, ਰਾਈਟ। ਅਤੇ ਨਾਰਸਿਸਿਸਟ ਦੇ ਵੀ ਯੂਜੂਅਲੀ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜਾਂ ਉਹਨਾਂ ਦੇ ਨਾਲ ਐਸੋਸੀਏਟਿਡ ਲੋਕ ਨੇ ਉਹੀ ਦੇਖ ਸਕਦੇ ਨੇ। ਨਾਰਸਿਸਿਸਟ ਖੁਦ ਵੀ ਕਦੇ ਨਹੀਂ ਫੀਲ ਕਰੇਗਾ ਕਿ ਮੇਰੀ ਇਹ ਪ੍ਰੋਬਲਮ ਹੈ, ਰਾਈਟ। ਲੇਕਿਨ ਉਹਦੀ ਪ੍ਰੋਬਲਮ ਮੇਰੀ ਅੰਡਰਸਟੈਂਡਿੰਗ 'ਚ ਚਾਈਲਡਹੁੱਡ ਤੋਂ ਹੀ ਆਉਂਦੀ ਹੈ, ਜਾਂ ਬੱਚੇ ਨੂੰ ਬਿਲਕੁਲ ਹੀ ਬਾਊਂਡਰੀਜ਼ ਨਹੀਂ ਦਿੱਤੀ ਗਈਆਂ, ਜਾਂ ਬਹੁਤ ਜ਼ਿਆਦਾ ਓਵਰ ਪੈਂਪਰਿੰਗ ਕੀਤੀ ਗਈ ਹੈ ਕਿ ਆਪਾਂ ਕਿਸੇ ਚੀਜ਼ 'ਤੇ ਆਪਾਂ ਨਾ ਹੀ ਨਹੀਂ ਕੀਤੀ ਹੈਗੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਪੇਰੈਂਟਸ ਨੂੰ ਬਲੇਮ ਕਰ ਰਹੇ ਹਾਂ, ਕਿਉਂਕਿ ਪੇਰੈਂਟਸ ਵੀ, ਹਰ ਪੇਰੈਂਟ ਆਪਣੇ ਬੱਚੇ ਵਾਸਤੇ ਬੈਸਟ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਲੇਕਿਨ ਉਹ ਉਨਾ ਹੀ ਕਰ ਸਕਦਾ ਹੈ ਜਿਹਨੂੰ
ਜਿੰਨਾ ਉਹਨੂੰ ਮਿਲਿਆ। ਤੇ ਜੇ ਸਾਡੀ ਪੇਰੈਂਟਿੰਗ 'ਚ ਕੁਛ ਪ੍ਰੋਬਲਮ ਹੋਏਗੀ ਤੇ ਸਾਡੇ 'ਚ ਵੂੰਡਸ ਰਹਿ ਗਏ ਤੇ ਉਹ ਵੂੰਡ ਸਾਡੇ ਪਾਸ ਔਨ ਹੁੰਦੇ ਹੀ ਹੁੰਦੇ ਨੇ। ਤੇ ਇਸ ਕਰਕੇ ਇੱਥੇ ਪੇਰੈਂਟਸ ਦਾ ਕੋਈ ਬਲੇਮ ਨਹੀਂ ਹੈਗਾ, ਲੇਕਿਨ ਡੈਫੀਨੇਟਲੀ ਸਾਡੀ ਜਿਹੜੀ ਚਾਈਲਡਹੁੱਡ ਹੈ ਉਸ ਚੀਜ਼ ਨੂੰ ਮੇਰੇ ਅੰਡਰਸਟੈਂਡਿੰਗ 'ਚ ਜ਼ਰੂਰ ਕੰਟਰੀਬਿਊਟ ਕਰਦੀ ਹੈ। ਓਕੇ ਇਹ ਨਾ ਜਿਵੇਂ ਮੈਂ ਆਪਣੇ ਆਸ-ਪਾਸ ਵੀ ਜਿਵੇਂ ਦੇਖਦੀ ਹਾਂ, ਸਪੈਸੀਫਿਕਲੀ ਇੰਡੀਅਨ ਐਨਵਾਇਰਨਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਕੱਲ੍ਹ ਤਾਂ ਖੈਰ ਇੰਨਾ ਬਹੁਤ ਜ਼ਿਆਦਾ ਨਹੀਂ ਹੈਗਾ, ਪਰ ਜੇ ਮੈਂ ਆਪਣੀ ਜਨਰੇਸ਼ਨ 'ਚ ਜਾਵਾਂ, ਇੱਕ ਜਨਰੇਸ਼ਨ ਪਿੱਛੇ ਜਾਵਾਂ, ਜਿਵੇਂ ਮੁੰਡਿਆਂ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੈ ਨਾ ਫੈਮਿਲੀ 'ਚ। ਜੇ ਇਕੱਲਾ ਬੇਟਾ ਭੈਣਾਵਾਦ ਹੋਇਆ, ਇਕੱਲਾ ਮੁੰਡਾ ਹੋਇਆ, ਉਹਨੂੰ ਬਹੁਤ ਜ਼ਿਆਦਾ ਪੈਂਪਰਿੰਗ ਮਿਲ ਜਾਂਦੀ ਹੈ। ਅਤੇ ਆਪਾਂ ਫਿਲਮਾਂ 'ਚ ਵੀ ਦੇਖਦੇ ਹਾਂ, ਟਿਪੀਕਲ ਇੰਡੀਅਨ ਮੂਵੀਜ਼ ਇਹੀ ਹੁੰਦੀਆਂ ਵੀ ਇੱਕ ਹੀਰੋ ਹੁੰਦਾ ਅਤੇ ਇੱਕ ਵਿਲਨ ਹੁੰਦਾ। ਵਿਲਨ ਜਿਹੜਾ ਹੁੰਦਾ ਬੜਾ ਪੈਂਪਰਡ, ਵਿਗੜਿਆ ਹੋਇਆ ਹੁੰਦਾ ਅਤੇ ਉਹ ਇੱਦਾਂ ਹੀ ਨਾਰਸਿਸਟ ਬਿਹੇਵੀਅਰ ਦਿਖਾਉਂਦਾ ਹੈ ਉਹ, ਹੈ ਨਾ। ਫਿਰ ਉਹਦੇ 'ਤੇ ਪੂਰੀ ਫਿਲਮ ਬੇਸ ਹੁੰਦੀ ਹੈ। ਪਰ ਕੀ ਇਹ ਸੱਚ ਹੈ ਕਿ ਮੋਸਟਲੀ ਜਿਹੜੇ ਮੈਨ ਹੈਗੇ ਹੈ ਉਹਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ, ਵਿਮਨਸ ਦੇ ਵਿੱਚ ਘੱਟ ਹੁੰਦੀ ਹੈ? ਕਿਉਂਕਿ ਵਿਮਨ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਦੂਜੇ ਦੀ ਗੱਲ ਸੁਣਨਾ ਜਾਂ ਜਵਾਬ ਵਾਪਿਸ ਨਾ ਦੇਣਾ। ਤਾਂ ਕੀ ਇਹ ਤੁਸੀਂ ਐਗਰੀ ਕਰੋਗੇ ਕਿ ਇਹ ਮੈਨ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਐਜ਼ ਕੰਪੇਅਰ ਟੂ ਵਿਮਨ? ਮੇਰੇ ਕੋਲ ਜੀ ਡਾਟਾ ਤਾਂ ਨਹੀਂ ਹੈਗਾ, ਪਰ ਮੈਂ ਸੋਚ ਸਕਦੀ ਹਾਂ, ਜਿਵੇਂ ਐਟਲੀਸਟ ਮੈਂ ਵੀ ਜੋ ਜਿੰਨੇ ਕੇਸਿਸ ਦੇਖੇ ਨੇ, ਮੇਰੇ ਹਿਸਾਬ ਨਾਲ ਵੀ ਮੈਨ 'ਚ ਜ਼ਿਆਦਾ ਹੈਗਾ ਕੰਪੇਅਰ ਟੂ ਵੂਮਨ। ਠੀਕ ਹੈ। ਅਤੇ ਈਵਨ ਮੈਨੂੰ ਲੱਗਦਾ ਹੈ ਕਿ ਜਿੰਨਾ ਕੁ ਮੈਂ ਸਟੱਡੀ ਕੀਤਾ ਹੈਗਾ ਕਿ ਈਵਨ ਕੰਟਰੀਜ਼ ਦਾ ਫਰਕ ਪੈਂਦਾ ਹੈ। ਜਿਵੇਂ ਇੰਡੀਅਨ ਲੋਕਾਂ ਦਾ ਟੈਂਪਰਾਮੈਂਟ ਫਿਰ ਵੀ ਅਲੱਗ ਹੈਗਾ, ਅਮਰੀਕਨ ਲੋਕਾਂ ਦਾ ਅਲੱਗ ਹੋਏਗਾ, ਅਤੇ ਉਹਦਾ ਵੀ ਫਰਕ ਪੈਂਦਾ ਹੈਗਾ। ਅਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਜੈਂਡਰ ਦਾ ਵੀ ਕੰਟਰੀਬਿਊਸ਼ਨ ਹੋਏਗਾ ਕਿ ਲਿਟਲ ਬਿਟ ਜਿਵੇਂ ਔਰਤਾਂ ਨੂੰ ਜੋ ਕੰਡੀਸ਼ਨਿੰਗ ਦਿੱਤੀ ਜਾਂਦੀ ਹੈ ਉਹ ਬਿਲਕੁਲ ਅਲੱਗ ਕੰਡੀਸ਼ਨਿੰਗ ਹੈ ਜਿਹੜੀ ਬॉयज़ ਨੂੰ ਦਿੱਤੀ ਜਾਂਦੀ ਹੈ। ਅਤੇ ਜੇ ਮੈਂ ਆਪਣੇ ਆਸ-ਪਾਸ ਪਹਿਚਾਣਨਾ ਹੋਵੇ ਹੈ ਨਾ ਕਿ ਸਿਰਫ ਇੱਦਾਂ ਹੀ ਗੱਲਾਂ 'ਚ ਨਹੀਂ ਕਿਸੇ ਨੂੰ ਕਹਿ ਦੇਣਾ ਵੀ ਤੁਸੀਂ ਤੁਹਾਡਾ ਬਿਹੇਵੀਅਰ ਨਾਰਸਿਸਟ ਹੈ ਜਾਂ ਅਦਰਵਾਈਜ਼, ਜੇ ਮੈਂ ਐਕਚੁਅਲੀ ਪਛਾਣਨਾ ਹੋਵੇ ਕਿ ਕਿਸੇ ਨੂੰ ਇਹ ਡਿਸਆਰਡਰ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕੁਛ ਆਪਣੇ ਕਾਮਨ ਲਾਈਫ ਦੇ ਵਿੱਚ ਤੁਸੀਂ ਕੁਛ ਐਗਜ਼ਾਮਪਲਸ ਦੇ ਸਕਦੇ ਹੋ ਕਿ ਆਪਾਂ ਜਿਵੇਂ ਹਸਬੈਂਡ ਵਾਈਫ ਰਹਿ ਰਹੇ ਹਾਂ ਜਾਂ ਭੈਣ ਭਰਾ ਰਹਿ ਰਹੇ ਹਾਂ ਨਾ, ਜਾਂ ਬੱਚੇ ਅਤੇ ਪੇਰੈਂਟਸ ਨੇ, ਉਹਨਾਂ ਵਿੱਚ ਕਿਹੜੇ ਸਪੈਸੀਫਿਕ ਟਰੇਟਸ ਇੱਦਾਂ ਦੇ ਹੋ ਸਕਦੇ ਆ ਜੋ ਕਿ ਆਪਾਂ ਨੂੰ ਅਚਾਨਕ ਉਹਨਾਂ ਦੇ ਬਿਹੇਵੀਅਰ 'ਚ ਜੇ ਆਇਆ ਤਾਂ ਆਪਣੇ ਦਿਮਾਗ ਦੀ ਘੰਟੀ ਵੱਜੇ ਕਿ ਹਾਂ ਮੇ ਬੀ ਹੀ ਹੈਜ਼ ਦਿਸ ਆਰਡਰ, ਹੀ ਔਰ ਸ਼ੀ ਹੈਜ਼ ਦਿਸ ਆਰਡਰ। ਰਾਈਟ ਸੋ ਇਹ ਨਾ ਦੋ ਤਰ੍ਹਾਂ ਦੇ ਮੈਨੀਫੈਸਟੇਸ਼ਨ ਇਹਦੇ 'ਚ ਹੁੰਦੀ ਹੈ। ਇੱਕ ਤਾਂ ਗ੍ਰੈਂਡੀਓਜ਼ ਮੈਨੀਫੈਸਟੇਸ਼ਨ ਹੁੰਦੀ ਹੈ, ਇੱਕ ਵਲਨਰੇਬਲ ਹੁੰਦੀ ਹੈ। ਜਿਹੜੀ ਗ੍ਰੈਂਡੀਓਜ਼ ਮੈਨੀਫੈਸਟੇਸ਼ਨ ਹੈ ਉਹ ਜ਼ਿਆਦਾ ਈਜ਼ੀਲੀ ਆਈਡੈਂਟੀਫਾਈਬਲ ਹੈ ਕਿਉਂਕਿ ਉਹ ਹੋਣਗੇ ਜਿਹੜੇ ਡੋਮੀਨੇਟਿੰਗ ਹੋਣਗੇ, ਦੇ ਆਰ ਵੈਰੀ ਫੁੱਲ ਆਫ ਦੈਮਸੈਲਵਸ। ਉਹਨਾਂ ਨੂੰ ਆਪਣੀ ਤਾਰੀਫ ਕਰਨੀ ਹੋਏਗੀ, ਆਪਣੇ ਆਪ ਨੂੰ ਹੀ ਉਹ ਚੰਗਾ ਸੋਚਣਗੇ। ਠੀਕ ਹੈ। ਉਹ ਬਹੁਤ ਹੀ ਐਂਟਾਈਟਲਡ ਫੀਲ ਕਰਨਗੇ, ਐਮਪੈਥੀ ਨਹੀਂ ਹੋਏਗੀ, ਕੇਅਰ ਨਹੀਂ ਹੋਏਗੀ। ਤੁਸੀਂ ਮਹਿਸੂਸ ਕਰੋਗੇ ਕਿ ਕੇਅਰ ਹੈਗੀ ਨਹੀਂ ਹੈਗੀ। ਰਾਈਟ। ਅਤੇ ਜਿਹੜੇ ਦੂਜਾ ਆਪਣੇ ਸਾਈਡ ਆ ਜਾਂਦੀ ਹੈ, ਜਿਹੜੀ ਵਲਨਰੇਬਲ ਸਾਈਡ ਆ ਜਾਂਦੀ ਹੈ, ਉਹ ਇੱਦਾਂ ਹੁੰਦੇ ਹੈ ਕਿ ਬਿਲਕੁਲ ਵੀ ਕ੍ਰਿਟਿਸਿਜ਼ਮ ਜਿਵੇਂ ਨਹੀਂ ਲੈ ਸਕਦੇ। ਠੀਕ ਹੈ। ਉਹ ਥੋੜ੍ਹੇ ਕੁਆਇਟਰ ਹੋਣਗੇ। ਜਿਹੜੇ ਗ੍ਰੈਂਡੀਓਜ਼ ਨੇ ਉਹ ਐਕਸਟਰੋਵਰਟ ਹੋਣਗੇ, ਉਹ ਸਾਰੇ ਲੋਕਾਂ ਨੂੰ ਇਕੱਠਾ ਕਰਨਾ ਪਸੰਦ ਕਰਨਗੇ, ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਜਿਵੇਂ ਐਪਰੀਸ਼ੀਏਟ ਕਰਨ, ਇਹ ਉਹ ਚਾਹਣਗੇ। ਠੀਕ ਹੈ। ਅਤੇ ਉਹ ਸਕਸੈਸਫੁਲ ਵੀ ਹੋ ਸਕਦੇ ਆ ਜ਼ਿਆਦਾ ਕਿਉਂਕਿ ਉਹਨਾਂ ਵਾਸਤੇ ਉਹ ਚੀਜ਼ ਬਹੁਤ ਇੰਪੋਰਟੈਂਟ ਹੋਏਗੀ। ਅਤੇ ਜਿਹੜੇ ਵਲਨਰੇਬਲ ਵਾਲੇ ਉਹ ਥੋੜ੍ਹੇ ਜਿਹੇ ਲਿਟਲ ਬਿਟ ਡਿਫੀਕਲਟ ਟੂ ਆਈਡੈਂਟੀਫਾਈ ਹੋਣਗੇ ਕਿਉਂਕਿ ਉਹ ਥੋੜ੍ਹੇ ਕੁਆਇਟਰ ਹੋਣਗੇ, ਇੰਨੇ ਐਕਸਟਰੋਵਰਟਿਡ ਨਹੀਂ ਹੁੰਦੇ। ਪਰ ਉਹਨਾਂ ਦਾ ਇਹ ਹੈਗਾ ਕਿ ਥੋੜ੍ਹਾ ਜਿਹਾ ਬਿਹੇਵੀਅਰ ਜਿਹੜਾ ਹੈਗਾ ਕਿ ਜਿਵੇਂ ਉਲਝ ਜਾਣਗੇ ਜ਼ਿਆਦਾ ਲੋਕਾਂ 'ਚ, ਨੈਗੇਟਿਵ ਹੋ ਜਾਣਗੇ ਲੋਕਾਂ ਨਾਲ ਜ਼ਿਆਦਾ, ਅਤੇ ਓਫੈਂਸ ਤਾਂ ਬਹੁਤ ਹੀ ਜਲਦੀ ਲੈਣਗੇ ਕਿ ਕ੍ਰਿਟਿਸਿਜ਼ਮ ਬਿਲਕੁਲ ਨਹੀਂ ਲੈ ਸਕਦੇ ਉਹ। ਓਕੇ। ਕਿ ਥੋੜ੍ਹਾ ਜਿਹਾ ਵੀ ਜਿਵੇਂ ਆਪਾਂ ਨੂੰ ਕੋਈ ਕ੍ਰਿਟੀਸਾਈਜ਼ ਕਰਦੇ ਆਪਣੇ 'ਚ ਕਿੰਨੀ ਕਪੈਸਿਟੀ ਹੈ ਕਿ ਆਪਾਂ ਉਸ ਚੀਜ਼ ਨੂੰ ਪਹਿਚਾਣ ਸਕੀਏ ਕਿ ਇਹ ਕ੍ਰਿਟੀਸਾਈਜ਼ ਕੀਤਾ ਹੈ ਨਾ। ਅਤੇ ਜੇ ਆਪਾਂ ਆਪਣੇ ਮਤਲਬ ਪਾਰਟਨਰ 'ਚ, ਆਪਣੇ ਫੈਮਿਲੀ ਮੈਂਬਰ 'ਚ ਇਹ ਦੇਖ ਰਹੇ ਹਾਂ ਕਿ ਬਿਲਕੁਲ ਹੀ ਐਮਪੈਥੀ ਦਾ ਬਿਲਕੁਲ ਲੈਕ ਹੈਗਾ ਕਿ ਬਿਲਕੁਲ ਕੁਛ ਵੀ ਨਹੀਂ, ਕਿ ਆਪਾਂ ਕੁਝ ਫੀਲ ਨਹੀਂ ਕਰ ਪਾ ਰਹੇ ਦੂਜੇ ਬੰਦੇ ਬਾਰੇ। ਰਾਈਟ। ਜਾਂ ਆਪਾਂ ਫੀਲ ਕਰ ਰਹੇ ਕਿ ਬੰਦਾ ਆਪਣੇ ਆਪ ਨੂੰ ਹੀ ਇੰਨਾ ਜ਼ਿਆਦਾ ਚੰਗਾ ਸਮਝਦਾ, ਦੂਜੇ ਨੂੰ ਕੁਛ ਨਹੀਂ ਸਮਝਣਾ ਤੁਸੀਂ। ਜਾਂ ਤਾਂ ਇਹ ਹੋ ਸਕਦਾ ਹੈ ਕਿ ਮੈਂ ਕਹਾਂ ਕਿ ਮੇਰੇ 'ਚ ਇਹ 3 ਚੀਜ਼ਾਂ ਚੰਗੀਆਂ ਨੇ, ਪਰ ਹਾਂ ਤੇਰੇ 'ਚ ਵੀ 1-2 ਚੀਜ਼ਾਂ ਚੰਗੀਆਂ ਨੇ, ਪਰ ਉਹਨੇ ਨਾਰਸਿਸਿਸਟ ਨੇ ਕਹਿਣਾ ਜੀ ਮੇਰੇ 'ਚ ਹੀ ਸਾਰਾ ਕੁਝ ਚੰਗਾ ਹੈ ਅਤੇ ਤੇਰੇ ਤੋਂ ਬੰਦਾ ਮਾੜਾ ਤਾਂ ਕੋਈ ਹੈਗਾ ਹੀ ਨਹੀਂ, ਹੋਰ ਤਾਂ ਸਾਰੇ ਐਕਚੁਅਲੀ ਤੇਰੇ ਤੋਂ ਵੀ ਨਹੀਂ। ਉਹਨੇ ਕਹਿਣਾ ਵੀ ਸਾਰੇ ਹੀ ਤੁਸੀਂ ਮਾੜੇ ਹੋ ਅਤੇ ਮੈਂ ਹੀ ਬਸ ਇਕੱਲਾ ਚੰਗਾ ਹਾਂ। ਅਤੇ ਜਿਹੜਾ ਵਲਨਰੇਬਲ ਵਾਲਾ ਹੋਏਗਾ ਉਹਦੀ ਕੋਈ ਸੌਬ ਸਟੋਰੀ ਵੀ ਹੋਏਗੀ ਕਿ ਮੇਰੇ ਨਾਲ ਇਹ ਹੋ ਗਿਆ, ਮੈਨੂੰ ਇਹ ਕਰਤਾ ਅਤੇ ਮੈਂ ਵਿਚਾਰਾ। ਰਾਈਟ। ਅਤੇ ਜਦੋਂ ਗ੍ਰੈਂਡੀਓਜ਼ ਵਾਲਾ ਹੈ ਉਹਨੂੰ ਹੋਏਗਾ ਕਿ ਮਤਲਬ
ਦੁਨੀਆ ਤਾਂ ਮੇਰੇ ਹਿਸਾਬ ਨਾਲ ਹੀ ਚੱਲਣੀ ਚਾਹੀਦੀ ਹੈ। ਇੱਕ ਸੈਂਸ ਆਫ ਐਂਟਾਈਟਲਮੈਂਟ ਹੋਏਗੀ, ਅਤੇ ਇਹ ਮੇਨ ਫੀਚਰਸ ਨੇ। ਬਟ ਹੈਵਿੰਗ ਸੈਡ ਡੈਟ, ਤੁਸੀਂ ਪਛਾਣਨ ਦਾ ਸਿਰਫ ਇਹ ਇੰਟੈਂਸ਼ਨ ਬੈਟਰ ਹੁੰਦਾ ਹੈ ਕਿ ਤੁਸੀਂ ਦੂਜੇ ਨੂੰ ਥੋੜ੍ਹਾ ਅੰਡਰਸਟੈਂਡ ਕਰ ਸਕਦੇ ਹੋ। ਪਰ ਜੇ ਤੁਸੀਂ ਇਹ ਅੰਡਰਸਟੈਂਡ ਕਰਕੇ ਤੁਸੀਂ ਸੋਚੋ ਕਿ ਤੁਸੀਂ ਦੂਜੇ ਨੂੰ ਕਹਿ ਦਿਓ ਕਿ ਬਈ ਤੁਸੀਂ ਨਾਰਸਿਸਿਸਟ ਹੋ ਅਤੇ ਤੁਸੀਂ ਥੋੜ੍ਹੀ ਟਰੀਟਮੈਂਟ ਲੈ ਲਓ, ਅਤੇ ਥੋੜ੍ਹੀ ਹੋਰ ਲੜਾਈ ਹੋ ਜਾਊਗੀ। ਫਿਰ ਇਸੇ ਗੱਲ 'ਤੇ ਲੜਾਈ ਹੋ ਜਾਊਗੀ, ਹੈ ਨਾ। ਅਤੇ ਉਹ ਦੂਜੇ ਨੂੰ ਇਹ ਡਾਇਗਨੋਸਿਸ ਲੈ ਕੇ ਦੂਜੇ ਨੂੰ ਦੇਣ ਵਾਲਾ ਡਾਇਗਨੋਸਿਸ ਨਹੀਂ ਹੈਗਾ। ਇਹ ਆਪਣੇ ਲਈ ਸਮਝਣ ਵਾਲੀ ਚੀਜ਼ ਹੈਗੀ ਹੈ ਕਿ ਓਕੇ ਇਹ ਪ੍ਰੋਬਲਮ ਹੋ ਸਕਦੀ ਹੈ। ਕਿਉਂਕਿ ਨਾਰਸਿਸਿਸਟ ਲੋਕ ਯੂਜੂਅਲੀ ਨਿਊਰੋਟਿਕ ਲੋਕਾਂ ਨਾਲ ਪੇਅਰਡ ਹੁੰਦੇ ਨੇ, ਜਿਹੜੇ ਐਜ਼ ਪਾਰਟਨਰ ਜਿਹਨਾਂ ਵਿਆਹ ਹੋ ਜਾਂਦਾ ਅਤੇ ਯੂਜੂਅਲੀ ਨਿਊਰੋਟਿਕ ਲੋਕਾਂ ਨਾਲ ਪੇਅਰ ਹੁੰਦੇ ਹੈ। ਮੈਂ ਐਟਲੀਸਟ ਆਪਣੇ ਐਕਸਪੀਰੀਅੰਸ 'ਚ ਹੀ ਦੇਖਿਆ। ਅਤੇ ਜਿਹੜੇ ਨਿਊਰੋਟਿਕ ਨੇ ਉਹ ਫੁੱਲ ਆਫ ਡਾਊਟ ਹੋਣਗੇ, ਠੀਕ ਹੈ। ਉਹਨਾਂ ਦਾ ਪਰਸਨੈਲਿਟੀ ਸਟਰਕਚਰ ਇੱਦਾਂ, ਉਹ ਲੈਸ ਦੈਨ ਹਿਊਮਨ ਫੀਲ ਕਰਦੇ ਆ, ਠੀਕ ਹੈ। ਅਤੇ ਉਹਨਾਂ ਨੂੰ ਲੱਗੇਗਾ ਕਿ ਸਾਰੀ ਚੀਜ਼ਾਂ ਦੀ ਉਹਨਾਂ ਨੇ ਰਿਸਪੋਂਸੀਬਿਲਿਟੀ ਲਿੱਤੀ ਹੋਏਗੀ ਕਿ ਮੈਂ ਹੀ ਸਭ ਕੁਝ ਕਰਨਾ। ਜਿਹੜਾ ਨਾਰਸਿਸਿਸਟ ਹੋਏਗਾ ਉਹਨੇ ਕਿਸੇ ਚੀਜ਼ ਦੀ ਨਹੀਂ ਲੈਣੀ ਅਤੇ ਇਹਨਾਂ ਨੇ ਸਾਰੀ ਲੈਣੀ ਹੈਗੀ ਹੈ, ਠੀਕ ਹੈ। ਅਤੇ ਓਪੋਜ਼ਿਟ ਤੁਸੀਂ ਦੇਖੋ ਕਿ ਬਿਲਕੁਲ ਓਪੋਜ਼ਿਟ ਹੋ ਗਏ। ਅਤੇ ਜਿਹੜਾ ਨਿਊਰੋਟਿਕ ਹੈ ਉਹ ਆਪਣੇ ਆਪ 'ਤੇ ਡਾਊਟ ਹੀ ਇੰਨਾ ਕਰੇਗਾ ਕਿ ਉਹਨੂੰ ਲੱਗੇਗਾ ਹੀ ਨਹੀਂ ਕਿ ਨਾਰਸਿਸਿਸਟ 'ਚ ਕੁਛ ਪ੍ਰੋਬਲਮ ਹੈਗੀ ਹੈ। ਅਤੇ ਜਦੋਂ ਇੱਦਾਂ ਦੀ ਡਿਸਫੰਕਸ਼ਨਲ ਰਿਲੇਸ਼ਨਸ਼ਿਪ ਹੋ ਗਈ ਅਤੇ ਤਾਂ ਆਈ ਥਿੰਕ ਉਹਦੀ ਇੰਪੋਰਟੈਂਸ ਹੈ ਦੇਖਣ ਵਾਸਤੇ ਕਿ ਬਈ ਤੁਸੀਂ ਕਿਸ ਬੰਦੇ ਨਾਲ ਕੋਸ਼ਿਸ਼ ਕਰ ਰਹੇ ਹੋ। ਕਿ ਮਤਲਬ ਕਈ ਵਾਰ ਹੁੰਦਾ ਹੈ ਕਿ ਇੰਨੀ ਦੇਰ ਤੱਕ ਰਿਲੇਸ਼ਨਸ਼ਿਪ ਚੱਲਦੀ ਰਹਿੰਦੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਪੇਨਫੁਲ ਨੇ, ਰਾਈਟ। ਅਤੇ ਉਹਦੇ 'ਚ ਅੰਡਰਸਟੈਂਡਿੰਗ ਹੈਲਪ ਕਰ ਸਕਦੀ ਹੈ। ਪਰ ਇਸ ਡਾਇਗਨੋਸਿਸ ਦਾ ਮਤਲਬ ਇਹ ਨਹੀਂ ਕਿ ਫਿਰ ਆਪਾਂ ਦੂਜੇ ਨੂੰ ਕਨਵਿੰਸ ਕਰਾਉਣ 'ਤੇ ਲੈ ਜਾਈਏ ਅਤੇ ਫਿਰ ਆਪਾਂ ਕਹੀਏ ਵੀ ਤੁਸੀਂ ਥੈਰੇਪੀ ਕਰਾ ਲਓ। ਉਹਨਾਂ ਨੇ ਨਹੀਂ ਕਰਾਉਣੀ, ਉਹ ਬਹੁਤ ਚੰਗਾ ਫੀਲ ਕਰ ਰਿਹਾ ਆਪਣੇ ਅੰਦਰ, ਹੈ ਨਾ। ਆਪਣੀ ਅੰਡਰਸਟੈਂਡਿੰਗ ਵਾਸਤੇ ਇੰਪੋਰਟੈਂਟ। ਅਤੇ ਜੇ ਤੁਸੀਂ ਨਿਊਰੋਟਿਕ ਕਿਹਾ ਕਿ ਜਿਹੜੇ ਇਹਨਾਂ ਦੀ ਰਿਲੇਸ਼ਨਸ਼ਿਪ ਮੋਸਟਲੀ ਨਿਊਰੋਟਿਕ ਲੋਕਾਂ ਦੇ ਨਾਲ ਹੁੰਦੀ ਹੈ, ਅਤੇ ਜਿਵੇਂ ਆਪਾਂ ਆਪਣੇ ਆਸ ਪਾਸ ਦੇਖੀਏ, ਜੇ ਫੋਰ ਐਗਜ਼ਾਮਪਲ ਜੇ ਤੁਸੀਂ ਪਾਰਟਨਰ ਵੀ ਕਿਹਾ, ਇੱਕ ਫੈਮਿਲੀ 'ਚ ਹਸਬੈਂਡ ਵਾਈਫ ਨੇ ਜਾਂ ਗਰਲਫਰੈਂਡ ਬੋਆਏਫਰੈਂਡ ਜੋ ਵੀ ਹੈਗੇ ਹੈ, ਉਹਨਾਂ 'ਚ ਜੇ ਇੱਕ ਬੰਦਾ ਮੇਲ ਜਾਂ ਫੀਮੇਲ ਹੀ ਸਾਰੀ ਰਿਸਪੋਂਸੀਬਿਲਿਟੀ ਲੈ ਰਿਹਾ ਹੈ ਨਾ, ਉਹੀ ਅਰਨ ਵੀ ਕਰਕੇ ਲੈ ਕੇ ਆ ਰਿਹਾ ਹੈ, ਉਹ ਘਰ ਨੂੰ ਮੈਨੇਜ ਵੀ ਕਰ ਰਿਹਾ ਹੈ, ਉਹ ਬੱਚਿਆਂ ਨੂੰ ਵੀ ਮੈਨੇਜ ਕਰ ਰਿਹਾ ਹੈ, ਅਤੇ ਦੂਸਰਾ ਬੰਦਾ ਸਿਰਫ ਹੀ ਇਜ਼ ਲਿਵਿੰਗ ਲਾਈਕ ਅ ਕਿੰਗ, ਹੀ ਔਰ ਸ਼ੀ ਇਜ਼ ਲਿਵਿੰਗ ਲਾਈਕ ਅ ਕਿੰਗ ਔਰ ਕੁਈਨ। ਤਾਂ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਕੰਬੀਨੇਸ਼ਨ ਨਾਰਸਿਸਟ ਪਲੱਸ ਨਿਊਰੋਟਿਕ ਟਾਈਪ ਹੈਗਾ, ਕਿਉਂਕਿ ਇਹ ਕਾਫੀ ਕਾਮਨ ਹੈ। ਮਤਲਬ ਇਹ ਨਾ, ਸੋ ਆਰ ਵੀ ਸੇਇੰਗ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਬਹੁਤ ਕਾਮਨ ਪ੍ਰੋਬਲਮ ਹੈ ਆਪਣੇ ਸਮਾਜ 'ਚ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਹੋ ਸਕਦੀ ਹੈ, ਕਿਉਂਕਿ ਇਹ ਲਾਈਕ ਓਪੋਜ਼ਿਟ ਮੈਚ ਕਰ ਜਾਂਦੇ ਆ ਨਾ ਜੀ। ਦੇਖੋ, ਜਿਹੜਾ ਸਾਡੇ ਅੰਦਰ ਚੀਜ਼ ਡਿਨਾਈਡ ਹੋਏਗੀ ਉਹ ਅਸੀਂ ਦੂਜੇ ਬੰਦੇ 'ਚ ਅਸੀਂ ਲੱਭ ਲੈਂਦੇ ਹਾਂ। ਅਤੇ ਜਿਹੜਾ ਸਪੋਜ਼ ਕਰੋ ਜਿਹੜਾ ਬੰਦਾ ਸਾਰਾ ਗਿਵਰ ਹੀ ਗਿਵਰ ਹੈਗਾ, ਉਹਦੇ 'ਚ ਰਿਸੀਵਿੰਗ ਮਿਸਿੰਗ ਹੈਗੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਦੇਖ ਸਕਦੇ ਹੋ, ਰਾਈਟ। ਅਤੇ ਫਿਰ ਲਾਈਕ ਇੱਦਾਂ ਦੇ ਆਪਾਂ ਸਿਚੁਏਸ਼ਨ 'ਚ ਹੋਈਏ ਵੀ, ਅਤੇ ਉਹਦਾ ਇੱਕ ਸਿੰਪਲੈਸਟ ਸਲਿਊਸ਼ਨ ਹੁੰਦਾ ਹੈ ਕਿ ਜਿਹੜਾ ਗਿਵਰ ਹੈ ਉਹਨੂੰ ਘੱਟ ਕਰਨਾ ਪਏਗਾ ਆਪਣੀ ਗਿਵਿੰਗ, ਰਾਈਟ। ਅਤੇ ਉਹ ਹੌਲੀ ਹੌਲੀ ਫਿਰ ਤਾਂ ਹੀ ਉਹ ਬੈਲੈਂਸ ਆਉਂਦਾ ਕਿ ਤੁਹਾਡੇ ਪਰਸਨੈਲਿਟੀ 'ਚ ਕੀ ਚੀਜ਼ ਮਿਸਿੰਗ ਹੈ। ਲਾਈਕ ਜੇ ਤੁਸੀਂ ਆਈਡੈਂਟੀਫਾਈ ਕਰ ਲਿਆ ਕਿ ਅੱਛਾ ਮੈਂ ਤਾਂ ਲੱਗਦਾ ਮੈਂ ਨਿਊਰੋਟਿਕ ਹੈਗੀ ਹਾਂ, ਅਤੇ ਤੁਸੀਂ ਥੋੜ੍ਹਾ ਜਿਹਾ ਆਪਣੇ 'ਤੇ ਫਿਰ ਵਿਸ਼ਵਾਸ ਕਰਨਾ ਸ਼ੁਰੂ ਕਰੋਗੇ, ਠੀਕ ਹੈ। ਆਪਣੀ ਸੈਲਫ ਵਰਥ ਉੱਤੇ ਲੈ ਕੇ ਆਓਗੇ। ਪਤਾ ਆਪਾਂ ਨੂੰ ਇਹ ਪਰਸਨੈਲਿਟੀ ਸਟਰਕਚਰ ਸਮਝਣ ਦਾ ਮਤਲਬ ਇਹੀ ਹੈਗਾ ਕਿ ਫਿਰ ਅਸੀਂ ਉਹ ਚੀਜ਼ ਬਿਲਡ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਚੀਜ਼ ਸਾਡੇ 'ਚ ਮਿਸਿੰਗ ਹੈ। ਅਤੇ ਮੈਂ ਦੇਖਿਆ ਆਪਣੇ ਐਕਸਪੀਰੀਅੰਸ 'ਚ ਕਿ ਈਜ਼ੀਐਸਟ ਥਿੰਗ ਟੂ ਵਰਕ ਔਨ ਇਜ਼ ਬਿਹੇਵੀਅਰ ਚੇਂਜ ਕਰ ਲਓ ਆਪਣਾ। ਉਹ ਈਜ਼ੀਐਸਟ ਚੀਜ਼ ਹੁੰਦੀ, ਕਿਉਂਕਿ ਅਸੀਂ ਓਬਵੀਅਸਲੀ ਅਸੀਂ ਥੈਰੇਪੀ 'ਚ ਜਦੋਂ ਐਜ਼ ਅ ਥੈਰੇਪਿਸਟ ਆਈ ਵਰਕ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਮੋਸ਼ਨਸ ਆਪਾਂ ਚੇਂਜ ਕਰੀਏ, ਠੀਕ ਹੈ। ਆਪਾਂ ਥੋਟਸ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਜ਼ ਅ ਥੈਰੇਪਿਸਟ, ਅਸੀਂ ਇਸ ਚੀਜ਼ 'ਤੇ ਵਰਕ ਕਰਦੇ ਹਾਂ। ਪਰ ਈਜ਼ੀਐਸਟ ਫॉर ਅ ਲੇ ਪਰਸਨ ਹੂ ਇਜ਼ ਜਸਟ ਲਿਸਨਿੰਗ ਟੂ ਦਿਸ, ਬਿਹੇਵੀਅਰ ਚੇਂਜ ਕਰਨਾ ਫਿਰ ਵੀ ਆਸਾਨ ਹੁੰਦਾ ਹੈ ਕਿ ਤੁਸੀਂ ਥੋੜ੍ਹਾ ਵੀ ਚੇਂਜ ਕਰ ਲਓ। ਜਿਵੇਂ ਕਿ ਅਗਰ ਤੁਹਾਡੀ ਗਿਵਿੰਗ ਹੈਗੀ ਉਹ 100 ਹੈਗੀ ਹੈ, ਤੁਸੀਂ ਆਪਣੀ ਗਿਵਿੰਗ ਐਟਲੀਸਟ 95 'ਤੇ ਹੀ ਲੈ ਆਓ ਕਿ ਮੈਂ ਚਲੋ ਇੰਨਾ ਜੇ ਇਸ ਟਾਈਮ 'ਤੇ ਮੈਂ ਘੱਟ ਕਰ ਦੇਣਾ, ਠੀਕ ਹੈ। ਆਈਲ ਸੇ ਨੋ ਮੋਰ, ਹੈ ਨਾ ਜੀ। ਅਤੇ ਉਹ ਇਹਨੂੰ ਸਮਝ ਕੇ ਅਸੀਂ ਆਪਣੇ ਆਪ ਨੂੰ ਥੋੜ੍ਹੀ ਆਪਣੇ 'ਚ ਚੇਂਜਿਸ ਲਿਆ ਸਕਦੇ ਹਾਂ। ਦੈਟਸ ਦਾ ਪਰਪਸ। ਅਤੇ ਡੈਫੀਨੇਟਲੀ ਇੱਕ ਕਾਮਨ ਹੈਗਾ ਇੱਦਾਂ ਦੀ ਗਰੁੱਪਿੰਗਸ। ਅਤੇ ਮੈਂ ਇਹ ਵੀ ਕਹਾਂਗੀ ਕਿ ਇਹ ਨਹੀਂ ਹੈਗਾ ਕਿ ਇਹ ਸਭ ਕੁਝ ਬਿਲਕੁਲ ਨੈਗੇਟਿਵ ਹੈ। ਲਾਈਕ ਮੇਰੀ ਅੰਡਰਸਟੈਂਡਿੰਗ 'ਚ ਅਸੀਂ ਇਸ ਲਈ ਆਉਂਦੇ ਹਾਂ ਤਾਂ ਕਿ ਅਸੀਂ ਆਪਣੀ ਗਰੋਥ ਕਰ ਸਕੀਏ। ਇਸ ਕਰਕੇ ਸਾਨੂੰ ਡਿਫਿਕਲਟ ਪਾਰਟਨਰਸ ਵੀ ਮਿਲਦੇ ਆ। ਅਤੇ ਜੇ ਸਪੋਜ਼ ਕਰੋ ਕਿ ਇੱਦਾਂ ਦਾ ਪਾਰਟਨਰ ਮਿਲ ਜਾਏ ਤਾਂ ਸੋਚੋ ਅਸੀਂ ਕਿੰਨੀ ਗਰੋ ਕਰਾਂਗੇ, ਕਿਉਂਕਿ ਜਿਹੜਾ ਨਿਊਰੋਟਿਕ ਹੈ ਉਹ ਤਾਂ ਦੁਖੀ ਬਹੁਤ ਜ਼ਿਆਦਾ ਹੋ ਜਾਏਗਾ,
ਉਹ ਸਫਰ ਬਹੁਤ ਕਰੇਗਾ, ਫਿਰ ਉਹ ਥੋੜ੍ਹੇ ਜਿਹੇ ਆਨਸਰ ਲੱਭਣ ਦੀ ਕੋਸ਼ਿਸ਼ ਕਰੇਗਾ ਕਿ ਕੀ ਹੋ ਰਿਹਾ ਹੈ, ਉਹ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਰਾਈਟ। ਅਤੇ ਇਸੇ 'ਚੋਂ ਇਮਰਜ ਹੋ ਕੇ ਅਸੀਂ ਗਰੋ ਕਰ ਸਕਦੇ ਹਾਂ, ਲਾਈਕ ਵੀ ਕੈਨ ਬੀ ਡਿਫਰੈਂਟ ਪੀਪਲ, ਰਾਈਟ। ਇਸ ਕਰਕੇ ਇਹ ਨਹੀਂ ਹੈਗਾ ਕਿ ਇਹ ਸਭ ਕੁਝ ਬਿਲਕੁਲ ਨੈਗੇਟਿਵ ਹੈ, ਇਹਦੀ ਅੰਡਰਸਟੈਂਡਿੰਗ 'ਚੋਂ ਅਸੀਂ ਬਹੁਤ ਜ਼ਿਆਦਾ ਗਰੋ ਕਰ ਸਕਦੇ ਹਾਂ। ਇਹ ਨਹੀਂ ਹੈਗਾ ਕਿ ਉਹ ਅਸੀਂ ਤਾਂ ਫਸੇ ਹੋਏ ਹਾਂ। ਸਪੋਜ਼ ਕੋਈ ਇਹ ਸੁਣ ਕੇ ਪੋਡਕਾਸਟ ਸੁਣ ਕੇ ਹੁਣ ਆਈਡੈਂਟੀਫਾਈ ਕਰ ਲਿਓ ਉਹ ਮੇਰਾ ਤਾਂ ਪਾਰਟਨਰ ਨਾਰਸਿਸਿਸਟ, ਅਤੇ ਆਪਾਂ ਸੋਚੀਏ ਕਿ ਕਿਤੇ ਆਪਾਂ ਫਸ ਗਏ, ਇਹ ਨਹੀਂ ਗੱਲ ਹੈਗੀ। ਤੁਸੀਂ ਉਹ ਦੇਖ ਰਹੇ ਹੋ ਤਾਂ ਫਿਰ ਤੁਸੀਂ ਦੇਖੋ ਜੀ ਇਹ ਹੈਗਾ ਤਾਂ ਤੁਸੀਂ ਨਿਊਰੋਟਿਕ ਹੋਵੋਗੇ, ਹੈਗਾ ਜੀ ਇਹ ਹੈਗਾ ਤੇ ਤੁਸੀਂ ਆਪਣੇ 'ਤੇ ਵਰਕ ਕਰੋ, ਅਵੇਅਰਨੈਸ ਬਿਲਡ ਕਰੋ, ਮੈਡੀਟੇਸ਼ਨ, ਡਿਫਰੈਂਟ ਟੈਕਨੀਕਸ ਨਾਲ ਤੁਸੀਂ ਵਰਕ ਕਰ ਸਕਦੇ ਹੋ, ਹੈ ਨਾ ਜੀ। ਅਤੇ ਫਿਰ ਉਹਦੇ 'ਚੋਂ ਆਪਾਂ ਸਟਰੋਂਗਰ ਇਮਰਜ ਕਰ ਸਕਦੇ ਹਾਂ, ਰੈਦਰ ਦੈਨ ਥਿੰਕਿੰਗ ਅਬਾਊਟ ਇਟ ਨੈਗੇਟਿਵਲੀ ਕਿ ਇਹ ਮੇਰੇ ਨਾਲ ਕੀ ਹੋ ਗਿਆ। ਤੇ ਐਜ਼ ਅ ਪੇਰੈਂਟ ਹੁਣ ਮੈਂ ਜਿਵੇਂ ਸੋਚਦੀ ਹਾਂ ਕਿ ਸਪੈਸੀਫਿਕਲੀ ਅਗੇਨ ਆਈ ਵਿਲ ਗੋ ਬੈਕ ਟੂ ਇੰਡੀਆ, ਕਈ ਵਾਰ ਹੁੰਦਾ ਕਿ ਆਪਾਂ ਨਾ ਆਪਣੇ ਘਰ ਦੀਆਂ ਕੁੜੀਆਂ ਨੂੰ ਤਾਂ ਕੰਮਕਾਜ 'ਤੇ ਲਾ ਲੈਂਦੇ ਹਾਂ ਵੀ ਹਾਂ ਵੀ ਮੇਰੇ ਨਾਲ ਸ਼ੇਅਰ ਕਰੋ, ਘਰ ਦਾ ਲੋਡ ਸ਼ੇਅਰ ਕਰੋ। ਮੁੰਡਿਆਂ ਨਾਲ ਇੰਨਾ ਨਹੀਂ ਕਰ ਪਾਉਂਦੇ ਹੈਗੇ, ਉਹ ਮੁੰਡੇ ਬਸ ਜੀ ਮੈਂ ਖੇਲਣ ਚੱਲਿਆ, ਮੈਂ ਬਾਹਰ ਚੱਲਿਆ, ਮੈਂ ਫਰੈਂਡਸ ਨਾਲ ਚੱਲਿਆ, ਮੈਂ ਫਿਲਮ ਦੇਖਣ ਚੱਲਿਆ, ਉਸ ਤਰੀਕੇ ਨਾਲ ਉਹਨਾਂ ਦੀ ਗਰੋਥ ਹੁੰਦੀ ਹੈ ਘਰੇ ਬੱਚਿਆਂ ਦੀ। ਅਤੇ ਇਹਦਾ ਮਤਲਬ ਐਜ਼ ਅ ਪੇਰੈਂਟ ਮੈਨੂੰ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਮੇਰਾ ਬੇਟਾ ਅੱਗੇ ਜਾ ਕੇ ਇੱਕ ਨਾਰਸਿਸਟ ਬਿਹੇਵੀਅਰ ਟ੍ਰੇਟਸ ਨਾ ਆ ਜਾਣ ਉਹਦੇ 'ਚ ਲੇਟਰ ਔਨ, ਜਦੋਂ ਉਹ ਪਾਰਟਨਰਸ਼ਿਪ 'ਚ ਜਾਏਗਾ ਕਿਸੇ ਹੋਰ ਦੇ ਨਾਲ। ਤਾਂ ਐਜ਼ ਅ ਮਦਰ ਵੀ ਮੈਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਮੈਂ ਆਪਣੇ ਬੇਟੇ ਨੂੰ ਇੱਕ ਸਪੈਸੀਫਿਕ ਤਰੀਕੇ ਨਾਲ ਪਾਲਾਂ ਤਾਂ ਕਿ ਇਹ ਬਿਹੇਵੀਅਰ ਉਹਦੇ 'ਚ ਬਾਅਦ 'ਚ ਡਿਵੈਲਪ ਨਾ ਹੋ ਜਾਏ ਕਿਸੇ ਤਰੀਕੇ ਨਾਲ। ਡੈਫੀਨੇਟਲੀ ਜੀ, ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਅਗੇਨ ਜੇ ਬਿਹੇਵੀਅਰਲ ਲੈਵਲ 'ਤੇ ਹੀ ਅਸੀਂ ਚੇਂਜਸ ਕਰਨ ਦੀ ਕੋਸ਼ਿਸ਼ ਕਰੀਏ ਤਾਂ ਡੈਫੀਨੇਟਲੀ ਇਕੁਅਲ ਵਰਕ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਘਰ ਦਾ ਕੰਮ ਕਰਨਾ ਜ਼ਰੂਰੀ ਹੈ ਬੱਚਿਆਂ ਵਾਸਤੇ, ਲਾਈਕ ਇੰਡੀਆ 'ਚ ਤਾਂ ਤੁਹਾਨੂੰ ਪਤਾ ਹੈ ਕਿ ਈਜ਼ੀਲੀ ਸਾਨੂੰ ਹੈਲਪ ਮਿਲ ਜਾਂਦੀ ਹੈ, ਅਤੇ ਉਹਦੇ ਨਾਲ ਬੱਚੇ ਨਾ ਬਹੁਤ ਜ਼ਿਆਦਾ ਅਨਗਰਾਊਂਡਡ ਹੋ ਜਾਂਦੇ ਜਦੋਂ ਘਰ 'ਚ ਉਹ ਕੁਛ ਵੀ ਕੰਟਰੀਬਿਊਟ ਨਹੀਂ ਕਰ ਰਹੇ। ਜਦੋਂ ਤੁਸੀਂ ਘਰ 'ਚ ਪਾਰਟੀਸਪੇਟ ਕਰਦੇ ਹੋ ਤੁਹਾਨੂੰ ਥੋੜ੍ਹੀ ਇਹ ਵੀ ਸਮਝ ਆਏਗੀ ਕਿ ਅੱਛਾ ਮਦਰ ਅਤੇ ਕੀ ਲਾਈਕ ਮਦਰ ਕੰਮ ਕਰ ਰਹੀ ਹੈ ਅਤੇ ਕੁਛ ਉਹਨੂੰ ਮੁਸ਼ਕਿਲ ਹੋ ਰਹੀ ਹੈ, ਜਾਂ ਫਾਦਰ ਕੰਮ ਕਰਕੇ ਥੱਕ ਕੇ ਆਏ ਨੇ, ਅਤੇ ਬੱਚੇ 'ਤੇ ਅਵੇਅਰਨੈਸ ਆਉਂਦੀ ਹੈ ਜਦ ਅਸੀਂ ਉਹਨੂੰ ਥੋੜ੍ਹੀ ਰਿਸਪੋਂਸੀਬਿਲਿਟੀ ਦਿੰਦੇ ਹਾਂ। ਆਪਾਂ ਕਹੀਏ ਦੇਖੋ ਨਾਰਸਿਸਿਸਟ ਇਹੀ ਹੈਗਾ ਨਾ, ਉਹਨੇ ਰਿਸਪੋਂਸੀਬਿਲਿਟੀ ਨਹੀਂ ਲੈਣੀ ਹੈਗੀ, ਅਤੇ ਜੇ ਆਪਾਂ ਬੱਚਿਆਂ ਨੂੰ ਥੋੜ੍ਹੀ ਰਿਸਪੋਂਸੀਬਿਲਿਟੀ ਦਈਏ ਕਿ ਜਿਵੇਂ ਐਟਲੀਸਟ ਓਕੇ ਆਪਣਾ ਬੈੱਡ ਤੁਸੀਂ ਸਵੇਰੇ ਉੱਠ ਕੇ ਠੀਕ ਕਰਨਾ ਹੈ, ਜਾਂ ਤੁਸੀਂ ਇੱਕ ਮੀਲ ਬਣਾਓਗੇ ਸਾਡੇ ਵਾਸਤੇ ਅਤੇ ਸਾਡੇ ਵਾਸਤੇ ਹੈਲਪਫੁਲ ਹੋਏਗਾ, ਅਤੇ ਉਹ ਜਿੰਨਾ ਤੁਸੀਂ ਯੰਗ ਸਟਾਰਟ ਕਰੋਗੇ ਉਨਾ ਬੈਟਰ ਹੋਏਗਾ। ਕਿਉਂਕਿ ਟੀਨੇਜ 'ਤੇ ਇੰਟਰੋਡਿਊਸ ਕਰਨਗੇ ਪੇਰੈਂਟਸ ਤਾਂ ਉਹ ਇੱਕ ਡੈਫੀਨੇਟਲੀ ਉਹਦੇ 'ਤੇ ਕੌਨਫਲਿਕਟ ਆ ਜਾਂਦੀ ਹੈ ਬੱਚਿਆਂ ਨਾਲ। ਪਰ ਡੈਫੀਨੇਟਲੀ ਮੈਂ ਇਹਨੂੰ ਬਹੁਤ ਹੀ ਇੰਪੋਰਟੈਂਟ ਸਮਝਦੀ ਹਾਂ ਕਿ ਬੱਚੇ ਨੂੰ ਘਰ 'ਚ ਬਿਲਕੁਲ ਪਾਰਟੀਸਪੇਟ ਕਰਨਾ ਚਾਹੀਦਾ ਹੈ, ਅਤੇ ਵਿਦਆਊਟ ਐਨੀ ਜੈਂਡਰ ਬਾਇਸ ਕਰਨਾ ਚਾਹੀਦਾ ਕਿ ਸਾਨੂੰ ਇਕੁਅਲ ਰਿਸਪੋਂਸੀਬਿਲਿਟੀਜ਼ ਲੜਕੇ ਅਤੇ ਲੜਕੀ ਦੋਨਾਂ ਨੂੰ ਦੇਣੀ ਚਾਹੀਦੀ ਹੈ। ਅਤੇ ਹੁਣ ਆਪਾਂ ਨਾ ਥੋੜ੍ਹੇ ਜਿਹੇ ਸੋਲਿਊਸ਼ਨਸ ਵੱਲ ਵੀ ਆਉਂਦੇ ਹਾਂ ਕਿ ਨੋਰਮਲੀ ਮੈਂ ਆਪਣੀ ਦੀ ਪੋਡਕਾਸਟ ਵਿੱਚ ਜਾਂ ਜੋ ਸੁਣਦੇ ਹਾਂ ਅਸੀਂ ਜਾਂ ਸ਼ਾਰਟਸ ਦੇਖਦੇ ਹਾਂ ਜਾਂ ਵੀਡੀਓਜ਼ ਦੇਖਦੇ ਹਾਂ ਨਾਰਸਿਜ਼ਮ ਨੂੰ ਲੈ ਕੇ, ਮੋਸਟਲੀ ਜਿਹੜੇ ਕਾਉਂਸਲਰਸ ਨੇ ਨਾ ਉਹ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਆਪਣੇ ਪਾਰਟਨਰ ਨੂੰ ਆਈਡੈਂਟੀਫਾਈ ਕਰ ਲਿਆ ਕਿ ਉਹਨੂੰ ਇਹ ਪ੍ਰੋਬਲਮ ਹੈ ਤਾਂ ਤੁਸੀਂ ਉਹ ਤੋਂ ਦੂਰ ਹੋ ਜਾਓ। ਮਤਲਬ ਦੈਟਸ ਦੀ ਬੈਸਟ ਥਿੰਗ ਕਿ ਤੁਸੀਂ ਦੂਰ ਹੋ ਚਲੇ ਜਾਓ, ਉਹਨਾਂ ਦਾ ਕੋਈ ਸੋਲਿਊਸ਼ਨ ਨਹੀਂ ਹੈਗਾ, ਉਹਨਾਂ ਨੇ ਪੂਰੀ ਜ਼ਿੰਦਗੀ ਤੁਹਾਨੂੰ ਤੰਗ ਕਰਨਾ, ਤੁਸੀਂ ਆਪਣੀ ਪੂਰੀ ਜ਼ਿੰਦਗੀ ਗਾਲ ਲਓਗੇ ਉਹਨਾਂ ਨੂੰ ਠੀਕ ਕਰਨ 'ਤੇ, ਪਰ ਤੁਹਾਡਾ ਕਸੂਰ ਨਹੀਂ ਹੈ, ਇਸ ਕਰਕੇ ਤੁਸੀਂ ਆਪਣੀ ਲਾਈਫ ਨੂੰ ਬਚਾਉਣ ਵਾਸਤੇ ਉਹਨਾਂ ਤੋਂ ਦੂਰ ਹੋ ਜਾਓ। ਕੀ ਇਹ ਸੋਲਿਊਸ਼ਨ ਹੈਗਾ ਇੱਕ ਜਿਹੜਾ ਐਕਸਟਰੀਮ ਜਿਹਦੇ 'ਚ ਇਹ ਪ੍ਰੋਬਲਮ ਹੋਵੇ, ਇਹ ਡਿਸਆਰਡਰ ਹੋਵੇ, ਉਹਦੇ ਤੋਂ ਬਚਣ ਦਾ ਇਕੱਲਾ ਅਤੇ ਇਕੱਲਾ ਇਹੀ ਸੋਲਿਊਸ਼ਨ ਹੈਗਾ? ਦੇਖਿਏ ਇੱਕ ਤਾਂ ਇਹ ਨਾ ਸਭ ਸੋਲਿਊਸ਼ਨ ਇੰਡੀਵਿਜੂਅਲ ਹੁੰਦੇ ਆ ਜਿਹੜੇ ਕਿ ਮਤਲਬ ਬਲੈਂਕਟ ਮੇਰੇ ਹਿਸਾਬ ਨਾਲ ਨਹੀਂ ਅਪਲਾਈ ਹੋ ਸਕਦੇ ਕਿ ਇਹ ਚੀਜ਼ ਇਹਦੇ ਬੰਦੇ ਵਾਸਤੇ ਬਿਲਕੁਲ ਠੀਕ ਹੈ। ਬਟ ਹੈਵਿੰਗ ਸੈਡ ਡੈਟ ਮੈਂ ਬਿਲਕੁਲ ਮੰਨਦੀ ਹਾਂ ਕਿ ਇਹਨੂੰ ਇਸ ਤਰ੍ਹਾਂ ਨਾ ਇਹਨਾਂ ਰੈਡੀਕਲੀ ਨਹੀਂ ਲੈਣਾ ਚਾਹੀਦਾ ਕਿ ਓਕੇ ਤੁਸੀਂ ਆਈਡੈਂਟੀਫਾਈ ਕਰ ਲਿਆ, ਇੱਦਾਂ ਮੈਨੂੰ ਲੱਗਦਾ ਇੱਦਾਂ ਤਾਂ ਫਿਰ ਕੋਈ ਵੀ ਰਿਲੇਸ਼ਨਸ਼ਿਪ ਸਰਵਾਈਵ ਹੀ ਨਹੀਂ ਕਰਨੀ, ਆਪਾਂ ਛੱਡੀ ਜਾਵਾਂਗੇ ਤਾਂ ਆਪਾਂ ਮੂਵ ਔਨ ਕਰੀ ਜਾਵਾਂਗੇ, ਕਿਉਂਕਿ ਫਿਰ ਆਪਾਂ ਪਰਫੈਕਟ ਬੰਦੇ ਦੀ ਤਲਾਸ਼ 'ਚ ਹੋਵਾਂਗੇ ਅਤੇ ਉਹ ਪਰਫੈਕਟ ਬੰਦੇ ਦੀ ਤਲਾਸ਼ 'ਚ ਜੀਵਨ ਨਿਕਲ ਜਾਏਗਾ। ਕਿਉਂਕਿ ਮੇਰੇ ਹਿਸਾਬ ਨਾਲ ਪਰਫੈਕਟ ਅਸੀਂ ਆਪ ਨਹੀਂ ਹੈਗੇ ਅਤੇ ਦੂਜਾ ਬੰਦਾ ਕਿੱਥੋਂ ਸਾਨੂੰ ਪਰਫੈਕਟ ਮਿਲੇਗਾ। ਅਤੇ ਮੇਰੇ ਹਿਸਾਬ ਨਾਲ ਡੈਫੀਨੇਟਲੀ ਆਪਾਂ ਨੂੰ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਫਲਾਣਾ ਬੰਦਾ ਨਾਰਸਿਸਿਸਟ ਹੈਗਾ ਤੁਹਾਡਾ ਪਾਰਟਨਰ, ਅਤੇ ਤੁਹਾਡੇ 'ਚ ਵੀ ਕੁਛ ਨਾ ਕੁਛ ਹੋਏਗਾ, ਅਤੇ ਡੈਫੀਨੇਟਲੀ ਤੁਸੀਂ ਜੇ ਆਈਡੈਂਟੀਫਾਈ ਕਰ ਲਿਆ ਤਾਂ ਆਪਣੇ 'ਤੇ ਸੈਲਫ ਵਰਕ ਤੁਸੀਂ ਕਰ ਹੀ ਸਕਦੇ ਹੋ। ਕਿਉਂਕਿ ਜੇ ਉਹ ਬੰਦਾ ਥੈਰੇਪਿਸਟ ਨੂੰ ਜਾਣ ਨੂੰ ਤਿਆਰ ਨਹੀਂ ਹੈਗਾ, ਤੁਸੀਂ ਤਿਆਰ ਹੋ, ਤੁਸੀਂ ਆਪਣੀ ਜਰਨੀ ਜ਼ਰੂਰ ਕਰੋ। ਮੈਂ ਬਿਲਕੁਲ ਸੋਚਦੀ ਹਾਂ ਕਿ ਸੈਲਫ ਵਰਕ ਕਰੇ ਬਿਨਾਂ ਮੈਰਿਜ ਨੂੰ ਨਹੀਂ ਕੁਇਟ ਕਰਨਾ ਚਾਹੀਦਾ, ਕਿਉਂਕਿ ਮੈਰਿਜ 'ਚ ਬਹੁਤ ਵਾਰ ਹੋਰ ਫੈਕਟਰਸ ਹੁੰਦੇ ਆ, ਕਈ ਵਾਰ ਬੱਚੇ ਹੁੰਦੇ ਨੇ, ਬਹੁਤ ਸਾਰੇ ਮਲਟੀਪਲ ਫੈਕਟਰਸ ਹੁੰਦੇ ਨੇ। ਅਤੇ ਜਦੋਂ ਆਪਾਂ ਦੇਖਦੇ ਹਾਂ ਕਿ ਆਪਾਂ
ਆਪਾਂ ਇਨ ਦ ਸੈਂਸ ਕਿ ਆਪਾਂ ਸੈਲਫ ਵਰਕ ਵੀ ਕਰ ਲਿਆ ਸਪੋਜ਼ ਕਰੋ, ਅਤੇ ਆਪਾਂ ਆਪਣੇ ਆਪ ਆਪਣੀ ਕਾਮਨੈਸ 'ਤੇ ਵੀ ਆ ਗਏ, ਉਸ ਤੋਂ ਬਾਅਦ ਇੱਕ ਆਪ ਡਿਫਰੈਂਟ ਡਿਸੀਜਨ ਇੱਕ ਡਿਫਰੈਂਟ ਸਪੇਸ ਤੋਂ ਲੈ ਸਕਦੇ ਹਾਂ ਰੈਦਰ ਦੈਨ ਜਸਟ ਬਾਈ ਰਿਐਕਸ਼ਨ। ਦੇਖੋ ਇੱਕ ਰਿਐਕਸ਼ਨ ਨਾਲ ਛੋੜਨਾ ਅਲੱਗ ਗੱਲ ਹੁੰਦੀ ਹੈ ਕਿ ਓਹੋ ਇਹ ਤਾਂ ਬੰਦਾ ਹੀ ਇੰਨਾ ਡਿਸਕਸਟਿੰਗ ਹੈ, ਮੈਂ ਤਾਂ ਚੱਲੀ ਹਾਂ। ਇੱਕ ਹੈਗਾ ਕਿ ਅਸੀਂ ਆਪਣੇ ਬਹੁਤ ਇੰਟਰੋਸਪੈਕਟ ਕੀਤਾ, ਆਪਣੇ ਆਪ ਨੂੰ ਵੀ ਸਮਝਿਆ, ਸਾਰੀ ਇਕੁਏਸ਼ਨ ਨੂੰ ਸਮਝਿਆ, ਅਸੀਂ ਆਪਣਾ ਪੂਰਾ ਅਟੈਂਪਟ ਕੀਤਾ, ਉਸ ਤੋਂ ਬਾਅਦ ਆਪਾਂ ਇੱਕ ਕਾਮ ਸਪੇਸ ਤੋਂ ਡਿਸੀਜਨ ਲੈਂਦੇ। ਰਾਈਟ ਹੈ ਜੀ, ਦੈਟਸ ਮਾਈ ਸੁਜੈਸ਼ਨ। ਤੇ ਜੇ ਫੋਰ ਐਗਜ਼ਾਮਪਲ ਜੇ ਮੈਂ ਫੋਰ ਐਗਜ਼ਾਮਪਲ ਕਿਸੇ ਪਾਰਟਨਰ ਦੇ ਨਾਲ ਮੇਰੇ ਪਾਰਟਨਰ 'ਚ ਇਹ ਇਸ ਟਾਈਪ ਦਾ ਬਿਹੇਵੀਅਰ ਹੈ ਤਾਂ ਮੈਂ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਸੁਜੈਸਟ ਕਰ ਰਹੇ ਹੋ, ਜੇ ਮੇਰੇ ਚੇਂਜ ਹੋਣ ਦੇ ਨਾਲ ਮੇਰੇ ਪਾਰਟਨਰ ਨੂੰ ਹੋਰ ਗੁੱਸਾ ਆਉਣ ਲੱਗ ਗਿਆ ਓਬਵੀਅਸਲੀ, ਕਿਉਂਕਿ ਮੈਂ ਉਹਨੂੰ ਕਹੂੰਗੀ ਰਿਸਪੋਂਸੀਬਿਲਿਟੀ ਲੈ ਥੋੜ੍ਹੀ ਜਿਹੀ ਹੋਰ, ਜਾਂ ਉਹਨੂੰ ਪੁਸ਼ ਕਰੂੰਗੀ ਉਹਦੇ ਪਰਸਨੈਲਿਟੀ ਡਿਸਆਰਡਰ ਨੂੰ, ਉਹ ਜੇ ਵਾਇਲੈਂਟ ਹੋਣਾ ਸਟਾਰਟ ਹੋ ਜੇ, ਤੋੜ ਭੰਨ ਕਰਨਾ ਸਟਾਰਟ ਕਰ ਦੇ, ਮਾਰ ਪੀਟ ਕਰਨਾ ਸ਼ੁਰੂ ਕਰ ਦੇ, ਕੀ ਇਹ ਨੋਰਮਲੀ ਇਸ ਤਰੀਕੇ ਨਾਲ ਹੀ ਹੁੰਦਾ ਕਿ ਜੇ ਜਿਹੜਾ ਦੂਜਾ ਪਾਰਟਨਰ ਜਦ ਚੇਂਜ ਹੋਣ ਦੀ ਕੋਸ਼ਿਸ਼ ਕਰੇ ਤਾਂ ਨਾਰਸਿਸਟ ਇੱਦਾਂ ਹੀ ਬਿਹੇਵ ਕਰਦਾ ਹੈ? ਕਿ ਤੁਸੀਂ ਇਹ ਦੇਖਿਆ ਹੋਇਆ ਕਿ ਜਿਹੜਾ ਨਾਰਸਿਸਟ ਹੈ ਫਿਰ ਉਹਦੀ ਡਿਸਆਰਡਰ ਜਾਣਾ ਸਟਾਰਟ ਹੋ ਜਾਂਦਾ ਹੈ ਇੱਦਾਂ ਬਿਹੇਵ ਕਰਨ ਦੇ ਨਾਲ? ਮੇਰੇ ਹਿਸਾਬ ਨਾਲ ਕਿ ਜੇ ਇੱਕ ਟਰੂ ਇਨਰ ਚੇਂਜ ਆ ਰਹੀ ਹੈ ਤੇ ਇਹ ਨਹੀਂ ਹੋ ਸਕਦਾ ਕਿ ਨਾਰਸਿਸਿਸਟ ਦਾ ਬਿਹੇਵੀਅਰ ਵਰਸਨ ਹੋਣਾ ਸ਼ੁਰੂ ਹੋ ਜਾਏ। ਠੀਕ ਹੈ ਜੀ, ਆਪਾਂ ਕਹੀਏ ਜੇ ਕੋਈ ਕਿਸੇ ਨੂੰ ਮਾਰ ਰਿਹਾ ਹੈ, ਠੀਕ ਹੈ, ਤੇ ਕਿਉਂਕਿ ਨਾਰਸਿਸਿਸਟ ਪਾਗਲ ਤਾਂ ਨਹੀਂ ਹੈਗਾ ਨਾ, ਉਹਦੇ ਵਿੱਚ ਵੀ ਕੋਈ ਪਰਸਨੈਲਿਟੀ ਡਿਸਆਰਡਰ ਹੈ ਜਿਵੇਂ ਕਿ ਮੋਸਟਲੀ ਲੋਕਾਂ 'ਚ ਹੁੰਦਾ। ਦੇਖੋ ਇੱਕ ਚੀਜ਼ ਇਹ ਤੁਸੀਂ ਸਮਝਣੀ ਹੋਏਗੀ ਕਿ ਮੋਸਟ ਲੋਕਾਂ 'ਚ ਕੋਈ ਨਾ ਕੋਈ ਪਰਸਨੈਲਿਟੀ ਡਿਸਆਰਡਰ ਹੁੰਦਾ ਹੈ, ਬਟ ਨਾਰਸਿਸਿਸਟ ਦਾ ਇੱਦਾਂ ਦਾ ਹੈ ਜਿਹੜਾ ਕਿ ਬਹੁਤ ਹੀ ਨੈਗੇਟਿਵਲੀ ਇੰਪੈਕਟ ਕਰਦਾ ਦੂਜੇ ਬੰਦੇ ਨੂੰ। ਠੀਕ ਹੈ ਜੀ, ਆਪਾਂ ਦੇਖੀਏ ਤਾਂ ਕਈ ਲੋਕ ਹੋਣਗੇ, ਤੁਸੀਂ ਦੇਖੋ ਕਿ ਉਹ ਆਪਣੇ ਵਰਕ 'ਚ ਇੰਨੇ ਅਨਬੈਲੈਂਸਡ ਹੋਣਗੇ, ਉਹ ਵਰਕਿੰਗ ਹੀ ਨਹੀਂ ਆਪਣੀ ਬੰਦ ਕਰ, ਵਰਕਹੋਲਿਕਸ ਜਿਹੜੇ ਹੁੰਦੇ ਨੇ। ਠੀਕ ਹੈ, ਕਈ ਬੰਦੇ ਹੁੰਦੇ ਨੇ ਜਿਹੜੇ ਓਵਰ ਗਿਵਰਸ ਹੁੰਦੇ ਨੇ। ਠੀਕ ਹੈ, ਉਹਨਾਂ ਨੇ ਬਸ ਲੋਕਾਂ ਵਾਸਤੇ ਲੱਗੇ ਰਹਿਣਾ ਭਾਵੇਂ ਅਸੀਂ ਬਿਮਾਰ ਹੀ ਹੋ ਜਾਈਏ। ਠੀਕ ਹੈ, ਹੁਣ ਤੁਸੀਂ ਕਹੋ ਕਿ ਇਹ ਨਹੀਂ ਡਿਸਆਰਡਰਸ ਹੈਗੇ, ਇਹ ਵੀ ਡਿਸਆਰਡਰਸ ਨੇ। ਠੀਕ ਹੈ, ਅਨਲੈਸ ਆਪਾਂ ਰੀਅਲੀ ਆਪਣੇ ਆਪ 'ਤੇ ਕੰਮ ਕੀਤਾ ਹੈ ਅਤੇ ਅਸੀਂ ਵੀ ਹੈਵ ਕਨੈਕਟਡ ਟੂ ਆਵਰ ਸੈਲਵਸ, ਆਪਾਂ ਆਪਣੇ ਚਾਈਲਡਹੁੱਡ ਵੂੰਡਸ ਹੀਲ ਕੀਤੇ, 101% ਸਾਡੇ 'ਚ ਕੋਈ ਨਾ ਕੋਈ ਪਰਸਨੈਲਿਟੀ ਡਿਸਆਰਡਰ ਹੋਏਗਾ। ਅਤੇ ਨਾਰਸਿਸਿਸਟ ਜਿਹੜਾ ਪਾਗਲ ਨਹੀਂ ਹੈਗਾ, ਉਹਦੇ 'ਚ ਵੀ ਇੱਕ ਪਰਟੀਕੂਲਰ ਪਰਸਨੈਲਿਟੀ ਡਿਸਆਰਡਰ ਹੈਗਾ, ਹੈ ਨਾ। ਪਾਗਲ ਦਾ ਮੇਰਾ ਜਿਸ ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਕਿ ਉਹ ਕੰਪਲੀਟਲੀ ਕੰਟਰੋਲ ਹੀ ਆਪਣਾ ਲੂਜ਼ ਕੀਤਾ ਹੋਇਆ, ਇਹ ਕਹਿਣ ਦਾ ਸਿਰਫ ਮਤਲਬ ਹੈ, ਦੈਟਸ ਵਾਈ ਆਈ ਐਮ ਯੂਜ਼ਿੰਗ ਦੈਟ ਟਰਮ। ਅਤੇ ਉਹ ਜਦੋਂ ਸਪੋਜ਼ ਕਰੋ ਮੇਰੇ ਹਿਸਾਬ ਨਾਲ ਨਿਊਰੋਟਿਕ ਜੇ ਆਪਣੇ ਆਪ ਨੂੰ ਚੇਂਜ ਕਰਦਾ ਹੈਗਾ, ਇਹ ਨਹੀਂ ਹੈਗਾ ਜ਼ਰੂਰੀ ਕਿ ਉਹ ਨੈਗੇਟਿਵ ਵੱਲ ਜਾਏਗਾ, ਹੋ ਸਕਦਾ ਕੋਈ ਇੰਪਰੂਵਮੈਂਟ ਵੀ ਹੋ ਜਾਏ, ਇਟ ਇਜ਼ ਪੋਸੀਬਲ ਕਿ ਕੁਛ ਨਾ ਕੁਛ ਇੰਟਰੈਕਸ਼ਨ ਥੋੜ੍ਹੀ ਬੈਟਰ ਵੀ ਹੋ ਜਾਏ। ਪਰ ਜੇ ਇਹ ਫਿਰ ਵੀ ਇੱਦਾਂ ਦਾ ਕੁਛ ਹੁੰਦਾ ਹੈ ਕਿ ਮਾਰਪੀਟ 'ਤੇ ਕੋਈ ਚੀਜ਼ ਆ ਗਈ ਤਾਂ ਡੈਫੀਨੇਟਲੀ ਆਈ ਥਿੰਕ ਇੱਦਾਂ ਦੀ ਚੀਜ਼ ਤਾਂ ਕਦੇ ਵੀ ਆਪਾਂ ਨੂੰ ਨਹੀਂ ਟੋਲਰੇਟ ਕਰਨੀ ਚਾਹੀਦੀ ਕਿਸੇ ਨੂੰ ਵੀ, ਅਤੇ ਐਂਡ ਦੇ ਸ਼ੁੱਡ ਸਟੈਪ ਆਊਟ ਆਫ ਦੈਟ ਮੈਰਿਜ। ਕਿਉਂਕਿ ਫਿਰ ਜੇ ਫਿਜ਼ੀਕਲ ਵਾਇਲੈਂਸ ਵੱਲ ਚੱਲਣ ਲੱਗੀ ਚੀਜ਼ਾਂ ਤਾਂ ਫਿਰ ਉਹ ਵਰਸਨ ਹੀ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਉਹ ਠੀਕ ਨਹੀਂ ਹੋ ਸਕਦਾ, ਹੈ ਨਾ। ਬਟ ਇਹ ਨਹੀਂ ਕਹਿ ਸਕਦੇ ਕਿ ਇੱਦਾਂ ਜਾਏਗਾ ਹੀ ਜਾਏਗਾ। ਓਕੇ, ਅਤੇ ਇੱਕ ਚੀਜ਼ ਹੋਰ ਮੈਂ ਪੁੱਛੂੰਗੀ ਤੁਹਾਡੇ ਤੋਂ ਕਿ ਕੰਜ਼ਿਊਮਿੰਗ ਐਲਕੋਹਲ ਜਾਂ ਡਰੱਗਸ, ਹੈ ਨਾ, ਇੱਦਾਂ ਦੀ ਚੀਜ਼ਾਂ ਦੇ ਨਾਲ ਇਹ ਬਿਹੇਵੀਅਰ ਹੋਰ ਜ਼ਿਆਦਾ ਉੱਭਰ ਕੇ ਆਉਂਦਾ ਹੈ ਕਿ ਇਹ ਚੀਜ਼ਾਂ ਦਾ ਇੰਪੈਕਟ ਨਹੀਂ ਹੁੰਦਾ ਇਸ ਟਾਈਪ ਦੇ ਬਿਹੇਵੀਅਰ ਵਾਲੇ ਲੋਕਾਂ 'ਤੇ? ਦੇਖੋ ਜੀ, ਮੇਰੇ ਹਿਸਾਬ ਨਾਲ ਐਲਕੋਹਲ ਨਾਲ ਤਾਂ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਤੇ ਡਰੱਗਸ ਦਾ ਵੀ ਬਹੁਤ ਡਿਫਰੈਂਟ ਡਰੱਗਸ ਨੇ, ਉਹਨਾਂ ਦਾ ਕੀ ਉਹਨਾਂ 'ਤੇ ਇੰਪੈਕਟ ਆਉਂਦਾ ਹੈ, ਅਤੇ ਮੇਰੇ ਹਿਸਾਬ ਨਾਲ ਉਹਦੇ ਨਾਰਸਿਸਿਜ਼ਮ ਨੂੰ ਇਨਕਰੀਜ਼ ਤਾਂ ਨਹੀਂ ਕਰਨਾ ਚਾਹੀਦਾ। ਬਟ ਜਿਵੇਂ ਕਹੇ ਕਿ ਬਹੁਤ ਸਾਰੀ ਡਰੱਗਸ ਐਂ ਲਈਆਂ ਜਾਂਦੀਆਂ ਨੇ ਕਿ ਅਸੀਂ ਜਾਂ ਤਾਂ ਕਾਮ ਫੀਲ ਕਰੀਏ ਜਾਂ ਹੈਪੀ ਫੀਲ ਕਰੀਏ, ਰਾਈਟ, ਅਤੇ ਫਿਰ ਉਹਨਾਂ ਦੀ ਨਾਰਸਿਸਟਿਕ ਟੈਂਡੈਂਸੀਜ਼ ਨੂੰ ਇਨਕਰੀਜ਼ ਕਰਨਗੀਆਂ। ਮੈਂ ਨਹੀਂ ਕਹਿ ਸਕਦੀ ਕਿ ਇਹ ਇੱਦਾਂ ਹੋਏਗਾ। ਮੇ ਬੀ ਕੋਈ ਵੀ ਇੰਪੈਕਟ ਨਾ ਹੋਵੇ ਕਿ ਜਦੋਂ ਮੇ ਬੀ ਡਰੱਗ ਨੇ ਅਤੇ ਉਹ ਡਰੱਗ ਦੇ ਇਨਫਲੂਐਂਸ 'ਚ ਜੋ ਵੀ ਉਹ ਫੀਲ ਕਰ ਰਹੇ ਨੇ, ਉਸ ਤੋਂ ਬਾਅਦ ਦੇ ਕਮ ਬੈਕ ਟੂ ਦ ਸੇਮ ਪਰਸਨੈਲਿਟੀ ਟਰੇਟਸ ਜਿਹਦੇ 'ਚ ਉਹ ਸੀਗੇ। ਅਤੇ ਇਹਦਾ ਮੇਰੇ ਹਿਸਾਬ ਨਾਲ ਨਾਰਸਿਸਿਜ਼ਮ ਪਰਟੀਕੂਲਰਲੀ 'ਤੇ ਕੋਈ ਨੈਗੇਟਿਵ ਇਫੈਕਟ ਨਹੀਂ ਹੋਣਾ ਚਾਹੀਦਾ ਟੂ ਮਾਈ ਨੌਲੇਜ। ਕਿਉਂਕਿ ਮੈਂ ਬਹੁਤ ਵਾਰ ਜਿਵੇਂ ਨਾ ਸੁਣਦੇ ਹੁੰਦੇ ਹਾਂ ਕਿ ਜਾਂ ਫਿਲਮਾਂ 'ਚ ਵੀ ਦੇਖਦੇ ਹਾਂ, ਪਤਾ ਨਹੀਂ ਸ਼ਾਇਦ ਫਿਲਮਾਂ ਦਾ ਅਸਰ ਹੋਏ, ਕਿ ਕਿਸੇ ਨੇ ਦਾਰੂ ਪੀ ਕੇ ਕੁੱਟਤਾ ਕਿਸੇ ਨੂੰ ਜਾਂ ਕੁਝ ਕਹਿਤਾ,
ਫਿਰ ਉਸ ਸਵੇਰੇ ਅਗਲੇ ਦਿਨ ਉੱਠ ਕੇ ਸੌਰੀ ਵੀ ਬੋਲਤਾ ਹੈ ਨਾ ਵੀ ਮੇਰੇ ਤੋਂ ਗਲਤੀ ਹੋ ਗਈ। ਹਾਂ ਨਹੀਂ ਤੁਸੀਂ ਇਹ ਚੀਜ਼ ਬਹੁਤ ਬਹੁਤ ਇੰਪੋਰਟੈਂਟ ਕਹਿ ਰਹੇ ਹੋ, ਅਤੇ ਮੈਂ ਤੁਹਾਨੂੰ ਐਕਸਪਲੇਨ ਕਰਦੀ ਹਾਂ ਕਿ ਇਹ ਕਿਵੇਂ ਹੁੰਦਾ, ਬਿਕੋਜ਼ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ। ਮੈਂ ਸੋਚ ਰਹੀ ਸੀ ਤੁਸੀਂ ਪਹਿਲਾਂ ਪੁੱਛਿਆ ਅਤੇ ਉਹਦੇ 'ਤੇ ਟੱਚ ਕੀਤਾ ਜਾਵੇ ਕਿ ਨਹੀਂ, ਅਤੇ ਅੱਛੀ ਗੱਲ ਹੈ ਕਿ ਤੁਸੀਂ ਇਹ ਪੁੱਛ ਰਹੇ ਹੋ ਕਲੀਅਰਲੀ। ਦੇਖੋ ਜੀ ਕੀ ਹੁੰਦਾ ਹੈ ਕਿ ਅਸੀਂ ਲੱਗਦੇ ਇੱਕ ਇਨਸਾਨ ਆ, ਪਰ ਅਸੀਂ ਇੱਕ ਇਨਸਾਨ ਨਹੀਂ ਹੁੰਦੇ, ਸਾਡੇ ਅੰਦਰ ਬਹੁਤ ਸਾਰੀ ਮਲਟੀਪਲ ਪਰਸਨੈਲਿਟੀਜ਼ ਹੁੰਦੀਆਂ ਨੇ, ਠੀਕ ਹੈ ਜੀ। ਮਤਲਬ ਜਿਵੇਂ ਬਹੁਤ ਸਾਰੇ ਲੋਕ ਨੇ ਸਾਡੇ ਅੰਦਰ, ਠੀਕ ਹੈ। ਅਤੇ ਕੀ ਹੁੰਦਾ ਹੈ ਕਿ ਸਾਡੇ ਜਿਵੇਂ ਨੋਰਮਲੀ ਜਿੱਦਾਂ ਦਾ ਸਾਡਾ ਬਿਹੇਵੀਅਰ ਹੈਗਾ ਰਾਈਟ, ਜਦੋਂ ਅਸੀਂ ਐਲਕੋਹਲ ਲੈਂਦੇ ਹਾਂ ਉਹਦੇ 'ਚ ਚੇਂਜ ਆਉਂਦੀ ਹੈ, ਅਤੇ ਜਿਹੜੀਆਂ ਸਾਡੀਆਂ ਬਹੁਤ ਸਾਰੀ ਪਰਸਨੈਲਿਟੀਜ਼ ਨੇ, ਕੁਛ ਅੱਗੇ ਰਹਿੰਦੀਆਂ ਨੇ, ਕੁਛ ਪਿੱਛੇ ਪੁਸ਼ ਕਰਦੀਆਂ ਰਹਿੰਦੀਆਂ। ਪਰ ਕਿਵੇਂ ਐਂਗਰ ਹੈਗਾ ਉਹ ਨੋਰਮਲੀ ਸੁਸਾਇਟੀ 'ਚ ਐਕਸੈਪਟ ਨਹੀਂ ਹੁੰਦਾ, ਉਹ ਪਿੱਛੇ ਪੁਸ਼ਡ ਹੁੰਦਾ, ਸਾਡੇ ਸਾਹਮਣੇ ਨਹੀਂ ਆਉਂਦਾ ਰਾਈਟ। ਲੇਕਿਨ ਕੀ ਹੁੰਦਾ ਕਿ ਐਲਕੋਹਲ ਉਹਨੂੰ ਸਾਹਮਣੇ ਲੈ ਆਉਂਦਾ, ਅਤੇ ਜਿਹੜੇ ਚੀਜ਼ਾਂ ਅਸੀਂ ਪਿੱਛੇ ਪੁਸ਼ਬੈਕ ਕੀਤੀਆਂ ਸੀਗੀਆਂ, ਜਾਂ ਆਪਾਂ ਕਹੀਏ ਟਰੇਟਸ ਪਿੱਛੇ ਪੁਸ਼ਬੈਕ ਕੀਤੇ ਸੀਗੇ, ਉਹਨੂੰ ਸਾਹਮਣੇ ਲੈ ਆਉਂਦਾ। ਕਈ ਤੁਸੀਂ ਦੇਖੋ ਕਿ ਕਈ ਇਹ ਵੀ ਸੁਣਿਆ ਹੋਏਗਾ ਤੁਸੀਂ ਕਿ ਬਹੁਤ ਹੀ ਐਂਗਰੀ ਇਨਸਾਨ ਹੈ, ਬੜੇ ਐਂਗਰੀ ਰਹਿੰਦੇ ਨੇ, ਪਰ ਜਦੋਂ ਡਰਿੰਕ ਕਰ ਲੈਂਦੇ ਨੇ ਉਹਨਾਂ ਵਰਗਾ ਚੰਗਾ ਬੰਦਾ ਕੋਈ ਨਹੀਂ ਹੈਗਾ, ਠੀਕ ਹੈ। ਬਿਕੋਜ਼ ਉਹ ਅਗੇਨ ਆਪੋਜ਼ਿਟ ਸਾਈਡ ਜਿਹੜੀ ਹੈਗੀ ਹੈ ਉਹ ਬਾਹਰ ਆ ਰਹੀ ਹੈ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਮਤਲਬ ਡਰਿੰਕ ਕਰਕੇ ਹੀ ਆਪਾਂ ਨਾਈਸ ਬਣੀਏ, ਉਹਦਾ ਮਤਲਬ ਸਿਰਫ ਇੰਨਾ ਹੈਗਾ ਕਿ ਆਪਾਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਏ। ਸੋ ਇਹ ਐਲਕੋਹਲ ਦਾ ਇਨਫਲੂਐਂਸ ਹੁੰਦਾ ਹੈ ਕਿ ਆਪੋਜ਼ਿਟ ਸਾਈਡ ਨੂੰ ਉਹ ਬਾਹਰ ਲੈ ਕੇ ਆਉਂਦਾ। ਓਕੇ ਓਕੇ। ਅਤੇ ਫਿਰ ਇੱਕ ਮੇਰਾ ਲਾਸਟ ਕੁਐਸਚਨ ਹੈਗਾ ਹੈ ਕਿ ਜੇ ਕਿਸੇ ਨੇ ਫੋਰ ਐਗਜ਼ਾਮਪਲ ਜਿਨ੍ਹਾਂ ਨੂੰ ਇਹ ਡਿਸਆਰਡਰ ਹੈਗਾ, ਜੇ ਉਹਨਾਂ ਨੇ ਸਮਹਾਓ ਪਹਿਚਾਣ ਲਿਆ ਕਿ ਹਾਂਜੀ ਮੇਰੇ 'ਚ ਹੈ ਲੱਗਦਾ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਹੈ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਕਿ ਉਹ ਕਿਸੇ ਸਾਈਕੈਟਰਿਸਟ ਕੋਲ ਜਾਂ ਕਿਸੇ ਸਾਈਕੋਲੋਜਿਸਟ ਕੋਲ ਜਾਣ, ਜਾਂ ਯੋਗਾ ਮੈਡੀਟੇਸ਼ਨ ਕਰਕੇ ਖੁਦ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ? ਫਿਰ ਕੀ ਕਰਨਾ ਚਾਹੀਦਾ ਹੈ? ਦੇਖੋ ਜੀ ਮਤਲਬ ਆਈ ਥਿੰਕ ਥੈਰੇਪਿਸਟ ਬੈਸਟ ਹੁੰਦਾ, ਕਾਉਂਸਲਿੰਗ ਸੈਸ਼ਨਸ ਬੈਸਟ ਹੁੰਦੇ ਇਹਦੇ ਵਾਸਤੇ, ਲੌਂਗ ਟਰਮ ਵਰਕ ਰਿਕੁਆਇਰਡ ਹੁੰਦਾ ਇਹਦੇ ਵਾਸਤੇ। ਆਈ ਡੈਫੀਨੇਟਲੀ ਸੇ ਮੈਡੀਟੇਸ਼ਨ ਅਤੇ ਯੋਗਾ ਵੀ ਡੈਫੀਨੇਟਲੀ ਹੈਲਪ ਕਰੇਗਾ। ਲੇਕਿਨ ਜੇ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਕਿਸੇ ਨੇ ਪਹਿਚਾਣ ਲਿਆ ਅਤੇ ਕੋਈ ਹੀਲ ਕਰਨਾ ਚਾਹੁੰਦਾ ਹੈ, ਅਤੇ ਮੇਰੇ ਹਿਸਾਬ ਨਾਲ ਹੀਲਿੰਗ ਪ੍ਰੋਸੈਸ ਤਾਂ ਉਹਦਾ ਸਟਾਰਟ ਹੋ ਗਿਆ। ਕਿਉਂਕਿ ਦੇਖੋ ਉਹਨਾਂ ਨੇ ਫਿਰ ਇਹ ਟ੍ਰੇਟ ਤਾਂ ਆਪਣਾ ਬ੍ਰੇਕ ਹੀ ਕਰਤਾ ਕਿ ਉਹਨਾਂ ਨੂੰ ਲੱਗ ਹੀ ਨਹੀਂ ਰਿਹਾ, ਕਿ ਲੱਗ ਰਿਹਾ ਕਿ ਕੁਛ ਚੀਜ਼ ਮੈਂ ਹੋ ਸਕਦਾ ਗਲਤ ਕਰ ਰਿਹਾ ਹਾਂ। ਅਤੇ ਨਾਰਸਿਸਿਸਟ ਦੀ ਲਾਈਫ 'ਚ ਕਹਿੰਦੇ ਆ ਕਿ ਇੱਦਾਂ ਦੇ ਓਕੇਜ਼ਨ ਆਉਂਦੇ ਆ ਜਦੋਂ ਕੁਛ ਬਹੁਤ ਜ਼ਿਆਦਾ ਐਕਸਟਰੀਮ ਹੋ ਜਾਏ, ਮੇ ਵੀ ਕਈ ਵਾਰ ਬ੍ਰੇਕਅਪ ਹੋ ਜਾਏ, ਕੁਛ ਡੈਥ ਕਿਸੇ ਦੀ ਹੋ ਜਾਏ, ਕੋਈ ਬਿਜ਼ਨਸ ਫੇਲੀਅਰ ਹੋ ਜਾਏ, ਅਤੇ ਉਹ ਥੋੜ੍ਹੀ ਜਿਹੀ ਵਿੰਡੋ ਉਸ ਟਾਈਮ 'ਤੇ ਮਿਲਦੀ ਹੈ ਨਾਰਸਿਸਿਸਟ ਨੂੰ ਵੀ ਕਿ ਜਦੋਂ ਥੋੜ੍ਹੇ ਜਿਹੇ ਰੈਡੀ ਹੁੰਦੇ ਆ। ਪਰ ਮੇਰੇ ਹਿਸਾਬ ਨਾਲ ਕਿ ਜਦੋਂ ਜੇ ਕਿਸੇ ਨੇ ਨੋਰਮਲ ਰੂਟੀਨ 'ਚ ਇਹ ਚੀਜ਼ ਦੇਖ ਲਈ ਅਤੇ ਵਰਕ ਕਰਨਾ ਸ਼ੁਰੂ ਕਰਤਾ, ਅਤੇ ਉਹ ਤਾਂ ਪੈਟਰਨ ਪਹਿਲਾਂ ਹੀ ਟੁੱਟਣ ਲੱਗ ਗਏ, ਅਤੇ ਡੈਫੀਨੇਟਲੀ ਆਪਣੇ ਆਪ ਨੂੰ ਯੋਗਾ ਮੈਡੀਟੇਸ਼ਨ ਜਾਂ ਕਾਉਂਸਲਿੰਗ ਦੇ ਥਰੂ ਬਹੁਤ ਹੈਲਪ ਆਪਣੇ ਆਪ ਨੂੰ ਕਰ ਸਕਦੇ ਨੇ। ਅਤੇ ਸੋਰੀ ਮੈਂ ਤੁਹਾਨੂੰ ਕਿਹਾ ਸੀ ਲਾਸਟ ਕੁਐਸਚਨ, ਇੱਕ ਮੈਨੂੰ ਹੋਰ ਵਿੱਚ ਥੋੜ੍ਹੀ ਜਿਹੀ ਥੋਟ ਆਈ ਹੈ ਕਿ ਇਹ ਤਾਂ ਆਪਾਂ ਗੱਲ ਕੀਤੀ ਆਪਣੇ ਪਰਸਨਲ ਰਿਲੇਸ਼ਨਸ਼ਿਪਸ ਦੀ, ਹੈ ਨਾ, ਜਿਵੇਂ ਪਾਰਟਨਰਸ ਹੋ ਗਏ, ਬੱਚੇ ਹੋ ਗਏ ਜਾਂ ਫੈਮਿਲੀ ਹੋ ਗਈ। ਆਫਿਸ ਕਲਚਰ ਦੇ ਵਿੱਚ ਵੀ ਬਹੁਤ ਮੇਰਾ ਐਕਸਪੀਰੀਅੰਸ ਤਾਂ ਰਿਹਾ ਕਿ ਮੇਰੇ ਜਿਹੜੇ ਪਿਛਲੇ ਬੌਸਿਸ ਕਾਫੀ ਜਦ ਇੰਡੀਆ 'ਚ ਵੀ ਕੰਮ ਕੀਤਾ ਹੈ, ਹੁਣ ਮੈਂ ਰਿਲੇਟ ਕਰ ਪਾ ਰਹੀ ਹਾਂ ਆਪਣੀ ਗੱਲ ਤੋਂ ਬਾਅਦ ਕਿ ਉਹਨਾਂ ਦਾ ਬਿਹੇਵੀਅਰ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਅੱਛਾ ਲੱਗਦਾ ਹੈ ਕਿ ਮਹਿਫਿਲ ਲਾ ਕੇ ਬਹਿ ਜਾਓ, ਆਪਣੇ ਸਬੋਰਡੀਨੇਟਸ ਨੂੰ ਬੁਲਾਓ, ਫਿਰ ਉਹਨਾਂ ਦੀ ਤਾਰੀਫ ਕਰਨਗੇ, ਸਰ ਤੁਸੀਂ ਬਿਲਕੁਲ ਠੀਕ ਕੀਤਾ ਜੀ, ਇਹ ਡਿਸੀਜਨ ਬਿਲਕੁਲ ਠੀਕ ਹੈ, ਇਹ ਪੋਲਿਸੀ ਬਿਲਕੁਲ ਠੀਕ ਹੈ ਕਰਕੇ ਉਹ ਫਿਰ ਖੁਸ਼ ਹੁੰਦੇ ਨੇ, ਹੈ ਨਾ, ਉਹਨਾਂ ਨੂੰ ਮਜ਼ਾ ਆਉਂਦਾ ਹੈ। ਅਤੇ ਇੱਦਾਂ ਦੇ ਜੇ ਇੱਕ ਤੁਹਾਨੂੰ ਇੱਦਾਂ ਦਾ ਬੌਸ ਮਿਲ ਜਾਂਦਾ ਜਾਂ CEO ਮਿਲ ਜਾਂਦਾ ਕੰਪਨੀ ਦਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਉੱਥੇ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ ਕਿ ਉੱਥੇ ਕਿਉਂਕਿ ਤੁਸੀਂ ਉਹ ਤੁਹਾਡਾ ਫੈਮਿਲੀ ਮੈਂਬਰ ਨਹੀਂ ਹੈਗਾ, ਅਤੇ ਇਸ ਕਰਕੇ ਤੁਸੀਂ ਉੱਥੇ ਰਿਸਪੋਂਸੀਬਿਲਿਟੀ ਸ਼ੇਅਰ ਕਰਨ ਦੀ ਗੱਲ ਨਹੀਂ ਕਰੋਗੇ, ਉਹਦੇ ਵੱਲ ਪੁਸ਼ ਨਹੀਂ ਕਰੋਗੇ। ਐਜ਼ ਅ ਸਬੋਰਡੀਨੇਟ ਤੁਸੀਂ ਸਿਰਫ ਆਪਣਾ ਲਿਮਿਟਿਡ ਕੰਮ ਹੀ ਕਰਨਾ ਅਤੇ ਚਲੇ ਜਾਣਾ, ਘਰੇ ਚਲੇ ਜਾਣਾ। ਉੱਥੇ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ ਇਸ ਚੀਜ਼ ਦੇ ਬਾਰੇ ਕਿ ਉੱਥੇ ਸਿਰਫ ਅਵੋਇਡ ਕਰਕੇ ਤੁਸੀਂ ਆਪਣਾ ਕੰਮ ਸਾਰ ਸਕਦੇ ਹੋ? ਦੇਖੋ ਜੀ ਮਤਲਬ ਪਹਿਲਾਂ ਤਾਂ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਵੇਂ ਸਾਡੇ ਅਗਰ ਫੈਮਿਲੀ ਮੈਂਬਰ ਵੀ ਕੋਈ ਅਸੀਂ ਸਪੋਜ਼ ਆਈਡੈਂਟੀਫਾਈ ਕਰ ਲਿਆ ਨਾਰਸਿਸਿਸਟ ਹੈਗਾ, ਹੈ ਨਾ, ਉੱਥੇ ਵੀ ਆਪਾਂ ਲਾਈਕ ਜੇ ਅਸੀਂ ਸੋਚਦੇ ਹਾਂ ਕਿ ਅਸੀਂ ਗੱਲ ਕਰਕੇ ਕੁਝ ਅਚੀਵ ਕਰ ਸਕਦੇ, ਮੋਸਟਲੀ ਕੁਝ ਨਹੀਂ ਹੋਏਗਾ ਉੱਥੇ ਅਚੀਵ, ਕਿਉਂਕਿ ਨਾਰਸਿਸਿਸਟ ਮੰਨੇਗਾ ਹੀ ਨਹੀਂ ਕਿ ਮੈਂ ਨਾਰਸਿਸਿਸਟ ਹਾਂ। ਅਤੇ ਇਹਦੇ ਵਿੱਚ ਆਪਾਂ ਫੈਮਿਲੀ ਮੈਂਬਰਸ ਵਾਸਤੇ ਕੁਝ ਜ਼ਿਆਦਾ ਇੰਟਰਵੈਂਸ਼ਨ ਨਹੀਂ ਕਰ ਸਕਦੇ, ਠੀਕ ਹੈ, ਮਤਲਬ ਕਿਉਂਕਿ ਉਹ ਐਗਰੀਬਲ ਨਹੀਂ ਹੋਣਗੇ ਤੁਹਾਡੇ ਵਾਸਤੇ, ਹੈ ਨਾ। ਅਤੇ ਆਪਾਂ ਸਿਰਫ ਇਹੀ ਦੇਖ ਸਕਦੇ ਹਾਂ ਕਿ ਆਪਾਂ ਕੋਐਗਜ਼ਿਸਟ ਪੀਸਫੁਲੀ ਕਿਵੇਂ ਕਰ ਸਕਦੇ ਹਾਂ, ਜਿਵੇਂ ਆਪਣਾ ਸੈਲਫ ਵਰਕ ਆਪਾਂ ਕਹਿ ਤਾ, ਠੀਕ ਹੈ। ਹੁਣ ਜੇ ਅਸੀਂ ਉਹੀ ਸੇਮ ਚੀਜ਼ ਜੇ ਆਪਾਂ ਕਹੀਏ ਕਿ ਵਰਕ ਐਟਮੋਸਫੇਅਰ 'ਚ ਆ ਜਾਏ, ਅਤੇ ਇਨ ਅ ਵੇ ਇਟ ਇਜ਼ ਬੈਟਰ, ਕਿਉਂਕਿ ਆਪਾਂ ਓਬਵੀਅਸਲੀ ਉਹਨਾਂ ਨਾਲ ਲਾਈਫ ਨਹੀਂ ਕੱਢਣੀ ਹੈਗੀ,
ਆਪਾਂ ਚਲੋ ਕੰਮ ਕੀਤਾ ਆਪਾਂ ਵਾਪਸ ਆ ਗਏ, ਸੋ ਦੈਟ ਵੇ ਇਟ ਇਜ਼ ਬੈਟਰ, ਹੈ ਨਾ। ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਅੰਡਰਸਟੈਂਡਿੰਗ ਜਦੋਂ ਆਪਾਂ ਇੱਕ ਤਾਂ ਉਹਨਾਂ ਨੂੰ ਜੇ ਅੰਡਰਸਟੈਂਡ ਆਪਾਂ ਕਰ ਲਿਆ, ਅਤੇ ਜੇ ਉਹਨਾਂ ਦਾ ਬਿਹੇਵੀਅਰ ਇੱਦਾਂ ਦਾ ਹੁੰਦਾ ਹੈ ਕਿ ਉਹ ਇਨਸਲਟਿੰਗ ਹੈ ਜਾਂ ਹਿਊਮੀਲੀਏਟਿੰਗ ਹੈਗਾ, ਕਿਉਂਕਿ ਇੰਪੈਥੀ ਤਾਂ ਨਾਰਸਿਸਿਸਟ 'ਚ ਹੁੰਦੀ ਨਹੀਂ ਹੈਗੀ, ਅਤੇ ਐਟਲੀਸਟ ਮੇ ਬੀ ਡੈਟ ਅੰਡਰਸਟੈਂਡਿੰਗ, ਅਤੇ ਸਾਨੂੰ ਆਪਾਂ ਫਿਰ ਉਹ ਸ਼ਾਇਦ ਪਰਸਨਲੀ ਨਾ ਇੰਨੀ ਲਈਏ ਉਹਨਾਂ ਦੀ ਚੀਜ਼ਾਂ, ਕਿਉਂਕਿ ਉਹਨਾਂ ਦੀ ਪ੍ਰੋਬਲਮ ਹੈ, ਰਾਈਟ। ਇਹ ਨਹੀਂ ਹੈਗਾ ਕਿ ਕਿਉਂਕਿ ਫਿਰ ਨਹੀਂ ਤਾਂ ਜੇ ਆਪਾਂ ਪਰਸਨਲੀ ਲਈਏ ਫਿਰ ਅਸੀਂ ਬਹੁਤ ਬੁਰਾ ਫੀਲ ਕਰਦੇ ਹਾਂ, ਅਤੇ ਬਹੁਤ ਆਈ ਥਿੰਕ ਕਾਮਨ ਹੈਗਾ ਇੱਦਾਂ ਦਾ ਨਾਰਸਿਸਿਸਟ ਬੌਸਿਸ, ਬਿਕੋਜ਼ ਉਹਨਾਂ ਨੂੰ ਇੱਦਾਂ ਦੀ ਪਾਵਰ ਪੋਜੀਸ਼ਨ ਚਾਹੀਦੀ ਹੁੰਦੀ ਹੈ ਜਿਹਦੇ 'ਚ ਦੂਜੇ ਨੂੰ ਤੁਸੀਂ ਬੁਰਾ ਫੀਲ ਕਰਾ ਦਿਓ ਅਤੇ ਆਪ ਅੱਛੇ ਬਣੇ ਰਹੋ, ਹੈ ਨਾ। ਅਤੇ ਇੱਕ ਤਾਂ ਇਹ ਅੰਡਰਸਟੈਂਡਿੰਗ ਹੀ ਸਾਨੂੰ ਬੈਟਰ ਫੀਲ ਕਰਾਏਗੀ ਕਿ ਉਹ ਉਹਨਾਂ ਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਟਰਾਈ ਕਰੀਏ ਕਿ ਬੈਟਰ ਕਰਨ ਦੀ, ਰਾਈਟ। ਅਤੇ ਜਦੋਂ ਇਸ ਅੰਡਰਸਟੈਂਡਿੰਗ ਦੇ ਨਾਲ ਮਤਲਬ ਥੋੜ੍ਹੀ ਅਵੇਅਰਨੈਸ ਪ੍ਰੈਕਟਿਸਿਸ ਜ਼ਰੂਰ ਆਪਾਂ ਕਰ ਸਕਦੇ ਹਾਂ, ਜਿਹੜੀ ਕਿ ਡੈਫੀਨੇਟਲੀ ਐਟ ਦਾ ਐਂਡ ਆਈਡ ਲਾਈਕ ਟੂ ਸ਼ੇਅਰ, ਕਿ ਜਿਵੇਂ ਆਪਾਂ ਕਹੀਏ ਕਿ ਆਪਾਂ ਜਿਵੇਂ ਇੱਕ ਸਿੰਪਲ ਮੈਡੀਟੇਸ਼ਨ ਹੁੰਦੀ ਹੈ, ਅਤੇ ਮੈਡੀਟੇਸ਼ਨ ਆਪਾਂ ਕਹਿੰਦੇ ਹਾਂ ਕਿ ਆਪਾਂ ਬਰੀਦਿੰਗ ਦੀ ਅਵੇਅਰਨੈਸ ਹੁੰਦੀ ਹੈ ਕਿ ਆਪਾਂ ਬੈਠੇ ਹਾਂ ਅਤੇ ਆਪਣੀ ਬ੍ਰੈਥ ਨੂੰ ਆਪਾਂ ਫੀਲ ਕਰੀਏ, ਰਾਈਟ, ਜਾਂ ਅਵੇਅਰਨੈਸ ਕਿ ਸਾਡੀ ਬੋਡੀ ਕਿਵੇਂ ਫੀਲ ਕਰ ਰਹੀ ਹੈ। ਅਤੇ ਮੈਡੀਟੇਸ਼ਨ ਅਤੇ ਅਵੇਅਰਨੈਸ ਐਕਸਰਸਾਈਜ਼ਿਜ਼ ਮੇਰੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਹੈਲਪਫੁਲ ਅਤੇ ਮਸਟ ਨੇ। ਕੋਈ ਵੀ ਇਨਸਾਨ ਜਿਹੜਾ ਕਿ ਆਪਾਂ ਜਾਂ ਤਾਂ ਫੈਮਿਲੀ ਰਿਲੇਸ਼ਨਸ਼ਿਪ 'ਚ ਸਾਡੇ ਕੋਈ ਨਾਰਸਿਸਿਸਟ ਹੈਗਾ, ਜਾਂ ਫਿਰ ਆਪਾਂ ਵਰਕ ਲਾਈਫ 'ਚ ਕੋਈ ਨਾ ਕੋਈ ਇੱਦਾਂ ਦਾ ਹੈਗਾ, ਅਤੇ ਇਹ ਤਾਂ ਵੈਸੇ ਮਤਲਬ ਆਈ ਥਿੰਕ ਇੰਨਾ ਕਾਮਨ ਹੈ ਕਿ ਕੋਈ ਨਾ ਕੋਈ ਸਾਨੂੰ ਕਿਤੇ ਨਾ ਕਿਤੇ ਤਾਂ ਮਿਲ ਹੀ ਜਾਊਗਾ। ਅਤੇ ਡੈਫੀਨੇਟਲੀ ਆਈ ਸੇ ਕਿ ਜੇ ਕੋਈ ਵੀ ਜਣਾ ਪੋਡਕਾਸਟ ਸੁਣਦਾ ਪਿਆ ਤਾਂ ਮੈਂ ਡੈਫੀਨੇਟਲੀ ਸਾਰਿਆਂ ਨੂੰ ਇਨਕਰੇਜ ਕਰਾਂਗੀ ਕਿ ਆਪਾਂ ਇੱਕ ਬੇਸਿਕ ਮੈਡੀਟੇਸ਼ਨ ਪ੍ਰੈਕਟਿਸ ਜ਼ਰੂਰ ਆਪਣੀ ਰੂਟੀਨ 'ਚ ਲਾਈਏ, ਕਿਉਂਕਿ ਫਿਰ ਅਸੀਂ ਇੰਨੇ ਜ਼ਿਆਦਾ ਇੰਪੈਕਟ ਨਹੀਂ ਹੁੰਦੇ ਆ ਦੂਜੇ ਦੇ ਬਿਹੇਵੀਅਰ 'ਤੇ। ਅਸੀਂ ਆਪਣੇ ਅੰਦਰ ਇੱਕ ਪੀਸ ਨੂੰ ਮਹਿਸੂਸ ਕਰਕੇ ਉਹਦੇ ਨਾਲ ਕਨੈਕਟਿਡ ਰਹਿ ਸਕਦੇ ਹਾਂ, ਰਾਈਟ। ਅਤੇ ਫਿਰ ਉਹ ਵਿਦ ਪ੍ਰੈਕਟਿਸ ਉਹ ਡੀਪਨ ਹੀ ਹੁੰਦੀ ਹੈ। ਸੋ ਆਈ ਵਿਲ ਡੈਫੀਨੇਟਲੀ ਸੁਜੈਸਟ ਦੈਟ ਫॉर work environment, for family environment, for anybody in in a difficult circumstance, ਆਪਣੇ ਆਪ ਤੇ ਕੰਮ ਕਰ ਲੈਣਾ ਚਾਹੀਦਾ ਹੈ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। 101% ਆਪਣੇ ਆਪ ਨੂੰ ਕਾਮ ਰੱਖੋ, ਮੈਡੀਟੇਸ਼ਨ ਥੋੜਾ ਫੋਕਸ ਕਰੋ, ਅਤੇ ਇਹ ਚੀਜ਼ਾਂ ਨਾਲ ਆਪਾਂ ਨੂੰ ਰਿਅਲਾਈਜੇਸ਼ਨ ਆਪਣੇ ਆਪ ਦੀ ਜ਼ਿਆਦਾ ਹੁੰਦੀ ਹੈ। ਓਕੇ, ਦੈਟਸ ਨਾਈਸ। ਕੋਈ ਹੋਰ ਸੁਜੈਸ਼ਨ ਡਾਕਟਰ ਬਿਫੋਰ ਆਪਾਂ ਖਤਮ ਕਰੀਏ ਇਹਨੂੰ? ਆਈ ਥਿੰਕ ਜਿਸ ਤੁਸੀਂ ਜਿਵੇਂ ਕਿਹਾ ਹੈਗਾ, ਅਤੇ ਮੈਂ ਬਿਲਕੁਲ ਉਹਦੇ 'ਚ ਸਿਰਫ ਇਹੀ ਲਾਈਨ ਐਡ ਕਰ ਸਕਦੀ ਹਾਂ ਕਿ ਆਪਾਂ ਨੇ ਬਲੇਮ ਗੇਮ 'ਚ ਨਹੀਂ ਫਸਣਾ ਹੈਗਾ। ਹੁਣ ਆਪਾਂ ਜੇ ਨਾਰਸਿਸਿਜ਼ਮ ਸਮਝ ਲਈਏ ਅਤੇ ਹੁਣ ਆਪਾਂ ਲੈਫਟ ਅਤੇ ਰਾਈਟ ਨਾਰਸਿਸਿਸਟ ਡਾਇਗਨੋਸ ਕਰੀ ਜਾਈਏ, ਠੀਕ ਹੈ, ਮਤਲਬ ਨਾਰਸਿਸਿਸਟ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਅਸੀਂ ਅੰਦਰ ਹੀ ਕੁੜੀ ਜਾਵਾਂਗੇ ਕਿ ਉਹ ਦੇਖੋ ਕਿ ਇੱਦਾਂ ਦੇ ਹੈਗੇ, ਸਾਨੂੰ ਤੰਗ ਕਰਤਾ। ਉਹਦੇ ਬਜਾਏ ਆਈਡੈਂਟੀਫਾਈ ਕਰਕੇ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਕਿ ਉਹ ਜੇ ਉਹਨਾਂ ਦਾ ਇਹ ਪਰਸਨੈਲਿਟੀ ਸਟਰਕਚਰ 'ਚ ਪ੍ਰੋਬਲਮ ਹੈ, ਸਾਡੇ 'ਚ ਵੀ ਕੁਛ ਨਾ ਕੁਛ ਹੋਏਗੀ, ਅਤੇ ਉਹਦੇ ਵਾਸਤੇ ਸਾਨੂੰ ਅਵੇਅਰਨੈਸ ਅਤੇ ਮੈਡੀਟੇਸ਼ਨ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਰਿਸੋਰਸਿਸ ਨੇ ਜਿਨ੍ਹਾਂ ਤੋਂ ਅਸੀਂ ਸਿੰਪਲ ਈਜ਼ੀ ਮੈਡੀਟੇਸ਼ਨ ਸਿੱਖ ਸਕਦੇ ਹਾਂ, ਅਤੇ ਲਾਈਕ 10 ਮਿੰਟ 15 ਮਿੰਟ ਸਟਾਰਟ ਕਰਕੇ ਮੇਰਾ ਤਾਂ ਬਿਲਕੁਲ ਮੈਂ ਇਸੇ ਚੀਜ਼ 'ਤੇ ਐਮਫਸਾਈਜ਼ ਕਰਾਂਗੀ ਕਿ ਹਰ ਕੋਈ ਜ਼ਰੂਰ ਕਰੇ, ਅਤੇ ਡੈਫੀਨੇਟਲੀ ਤੁਸੀਂ ਮਹਿਸੂਸ ਕਰੋਗੇ ਕਿ ਆਫਟਰ ਅ ਪੀਰੀਅਡ ਆਫ ਮੰਥ 2 months ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਹੋ ਜਾਏਗੀ। ਓਕੇ ਇਹਦੇ ਨਾਲ ਹੀ ਆਪਾਂ ਫਿਰ ਇਹਨੂੰ ਖਤਮ ਕਰਾਂਗੇ। ਥੈਂਕ ਯੂ ਸੋ ਮਚ, ਤੁਸੀਂ ਬਹੁਤ ਇਨਸਾਈਟਫੁਲ ਗੱਲਾਂ ਦੱਸੀਆਂ। ਮੈਂ ਅਜੇ ਤੱਕ ਨਾਰਸਿਜ਼ਮ ਨੂੰ ਬੜਾ ਨੈਗੇਟਿਵ ਤਰੀਕੇ ਨਾਲ ਦੇਖਦੀ ਹੁੰਦੀ ਸੀਗੀ, ਹੈ ਨਾ, ਕਿਉਂਕਿ ਆਪਾਂ ਇਹਨੂੰ ਬੜੇ ਨੈਗੇਟਿਵਲੀ ਸੁਣਦੇ ਹਾਂ ਆਪਣੇ ਆਸ-ਪਾਸ ਹਰ ਜਗ੍ਹਾ ਤੋਂ। ਪਰ ਤੁਸੀਂ ਸਾਨੂੰ ਐਕਸਪਲੇਨ ਕੀਤਾ ਕਿ ਇਹਨੂੰ ਆਪਾਂ ਨੂੰ ਨੈਗੇਟਿਵ ਦੇਖ ਕੇ ਕਿਸੇ ਨੂੰ ਬਿਲਕੁਲ ਅਲੱਗ ਕਰ ਦੇਣਾ ਹੀ ਸਿਰਫ ਇੱਕ ਸੋਲਿਊਸ਼ਨ ਨਹੀਂ ਹੈਗਾ। ਜੇ ਉਹਨਾਂ 'ਚ ਇਹ ਪ੍ਰੋਬਲਮ ਹੈ ਤਾਂ ਜਿਹੜਾ ਇੱਕ ਗਿਵਰ ਹੈਗਾ ਉਹਦੇ 'ਚ ਵੀ ਸੇਮ ਕੋਈ ਦੂਸਰੀ ਪ੍ਰੋਬਲਮ ਹੈਗੀ ਹੈ, ਅਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ, ਅਤੇ ਆਪਾਂ ਉਹਨਾਂ ਦੇ ਨਾਲ ਪੀਸਫੁਲੀ ਕੋਐਗਜ਼ਿਸਟ ਕਰ ਸਕਦੇ ਹਾਂ ਓਵਰ ਦਾ ਟਾਈਮ। ਹਾਂਜੀ, ਅਤੇ ਥੈਂਕ ਯੂ ਸੋ ਮਚ ਡਾਕਟਰ ਫॉर ਟੇਕਿੰਗ ਆਊਟ ਟਾਈਮ ਸਾਨੂੰ ਐਕਸਪਲੇਨ ਕਰਨ ਲਈ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ।